ਮੰਨ ਲਓ ਕਿ ਪਾਣੀ ਦਾ ਅਸੀਂ ਗਿਲਾਸ ਲੈਂਦੇ ਆ, ਪਾਣੀ ਦੇ ਗਿਲਾਸ 'ਚ ਅਸੀਂ 1 ਚਮਚ ਚੀਨੀ ਪਾਉਂਦੇ ਆ, ਅਸੀਂ ਘੋਲੋਗੇ ਘੁਲ ਜਾਊਗਾ। ਤੁਸੀਂ ਦੂਜਾ ਚਮਚ ਪਾਓਗੇ ਉਹ ਵੀ ਘੁਲ ਜਾਊਗਾ। ਤੀਜੇ ਚਮਚ ਨੂੰ ਘੋਲਣ ਲਈ ਮੁਸ਼ਕਿਲ ਆਣੀ ਹੈ, ਚੌਥਾ ਸ਼ਾਇਦ ਹੋਰ ਮੁਸ਼ਕਿਲ, ਸ਼ਾਇਦ ਪੰਜਵਾਂ ਚਮਚ ਨਾ ਘੋਲੇ ਹੁੰਦੇ ਅੰਦਰ। ਬਸ ਇਦਾਂ ਹੀ ਪੱਥਰੀ ਬਣਦੀ ਹੈ। ਆਮ ਤੌਰ ਤੇ ਸਾਨੂੰ ਲੋਕ ਕਹਿੰਦੇ ਟਮਾਟਰ ਨਾ ਖਾਵੀਂ, ਹਾਂਜੀ ਬਤਾਊ ਨਾ ਖਾਵੀਂ, ਹਾਂਜੀ, ਤੂੰ ਮਾਹਾਂ ਦੀ ਦਾਲ ਨਾ ਖਾ ਲੈ, ਕੋਈ ਬਾਏ ਚੀਜ਼ਾਂ ਨਾ ਖਾ ਲੈ, ਚੁਕੰਦਰ ਨਾ ਖਾ ਲੈ, ਪੱਥਰੀ ਇਹਦੇ ਨਾਲ ਹੋ ਜਾਣੀ, ਪਿਆਜ਼ ਨਾ ਖਾ ਲਈ। ਪਿਆਜ਼ ਇਹ ਹੈਗੀਆਂ ਗੱਲਾਂ। ਤੇ ਸਾਡੇ ਇਲਾਕੇ 'ਚ ਬੜੀ ਫੇਮਸ ਗੱਲ ਆ, ਕਹਿੰਦੇ ਸੋਡਾ ਪੀ ਲਓ ਜੀ। ਸੋਡਾ ਵੀ ਨਾਲ ਕਹਿੰਦੇ ਬੀਅਰ ਪੀ ਲਓ, ਬੀਅਰ ਪੀ ਲਓ। ਇਹ ਖਾਸ ਗੱਲ ਹੈ। ਚਲੋ ਜੀ, ਇਹ ਵੀ ਦੱਸੋ। ਹੁਣ ਦੋਨੋਂ ਤੁਹਾਨੂੰ ਦੱਸਦਾ, ਭਾਵੇਂ ਸੋਡਾ ਹੋਏ ਜਾਂ ਭਾਵੇਂ ਬੀਅਰ ਹੋਏ, ਇਹਦੇ ਕਰਕੇ ਇਦਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਇਹਨਾਂ ਨੂੰ ਬਹੁਤ ਤਕੜਾ ਅਟੈਕ ਦਰਦ ਨਹੀਂ ਆਉਂਦਾ, ਇਹ ਕਹਿੰਦੇ ਭਾਰਾ ਲੱਗਦਾ ਜੀ ਨਾਲ। ਇਹ ਗੁਰਦੇ ਦੀ ਜਿੰਨੀ ਸ਼ੇਪ ਹੈ ਜੀ ਸਾਰੀ ਦੀ ਸਾਰੀ ਇਹ ਸਾਰੀ ਪੱਥਰ ਨਾਲ ਭਰ ਜਾਂਦੀ। ਇਹਦਾ ਦੇ ਪੱਥਰ ਹੁੰਦੀ ਸਟੈਗਹੋਰਨ ਕੈਲਕੁਲਸ ਕਹਿੰਦੇ ਆ ਜੀ। ਤੇ ਜਿਹੜੀ ਪੱਥਰੀ ਹੈ ਤਾਂ ਨਿੱਕੀ ਜਿਹੀ ਵੀ ਪਰੇਸ਼ਾਨ ਕਰਦੀ ਹੈ, ਬਿਲਕੁਲ ਜੀ ਬਿਲਕੁਲ। ਤੇ ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਕਿੰਨੇ ਕੁ ਐਮਐਮ ਵਾਲੀ ਹੈਗੀ ਜਿਹੜੀ ਨਿਕਲ ਜਾਂਦੀ ਹੈ। ਪਰ ਜਦੋਂ ਕੋਈ ਵੀ ਪੱਥਰ ਭਾਵੇਂ 5 mm ਦਾ ਹੋਏ, 4 mm ਦਾ ਹੋਏ, ਨਲਕੀ 'ਚ ਫਸ ਗਿਆ, ਗੁਰਦਾ ਫੁੱਲਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਹੈ ਟ੍ਰੀਟਮੈਂਟ ਛੇਤੀ ਲਓ, ਚਾਹੇ ਮੈਡੀਕਲ ਜਾਂ ਸਰਜੀਕਲ ਟ੍ਰੀਟਮੈਂਟ ਲਿਓ। ਕਿਉਂਕਿ ਜੇ ਗੁਰਦਾ ਫੁੱਲਣਾ ਸ਼ੁਰੂ ਹੋ ਗਿਆ, ਜੇ ਕੰਪਲੀਟ ਬਲੋਕੇਜ ਹੋ ਗਈ, ਅਸੀਂ ਮੰਨਦੇ 1.5 ਮਹੀਨੇ ਦੇ ਅੰਦਰ ਗੁਰਦਾ ਖਤਮ ਹੋ ਜਾਣਾ ਹੈ। ਉਹ ਕਹਿੰਦੇ ਪੱਥਰੀ ਦਵਾਈ ਖਾਂਦੇ ਆ, ਪੱਥਰੀ ਅੰਦਰ ਟੁੱਟ ਜਾਂਦੀ ਹੈ। ਕੋਈ ਦਵਾਈ ਖਾ ਕੇ ਪੱਥਰ 3 ਸੈਂਟੀਮੀਟਰ ਦੀ ਹੈ ਤੇ ਕੱਲ ਉਹ 1.5 ਦੀ 2 ਹੋ ਗਈ, ਜੇ ਉਹ ਲੋਕ ਕਹਿੰਦੇ ਆ, ਸੌਰੀ ਇਹ ਪੋਸੀਬਲ ਨਹੀਂ। ਅਸੀਂ ਮੰਨਦੇ ਹਾਂ ਕਿ ਮੋਸਟਲੀ ਸਟੋਨ ਜੋ ਹੁੰਦੇ ਸਾਡੇ ਕੈਲਸ਼ੀਅਮ ਆਕਸੀਲੇਟ ਕਰਕੇ ਹੁੰਦੇ ਆ। ਇਹਦਾ ਥੋੜਾ ਛੋਟਾ ਜਿਹਾ ਐਗਜ਼ਾਮਪਲ ਦਊਂ, ਜੇ ਤੁਸੀਂ ਕਾਜੂ ਡੇਲੀ ਬਹੁਤ ਜ਼ਿਆਦਾ ਖਾਂਦੇ ਆ ਤੇ ਪੱਥਰੀ ਬਣਨ ਦੇ ਚਾਂਸ ਜ਼ਿਆਦਾ ਆ, ਪਰ ਜੇ ਤੁਸੀਂ ਬਦਾਮ ਖਾਂਦੇ ਆ ਤੇ ਪੱਥਰੀ ਬਣਨ ਦੇ ਚਾਂਸ ਘੱਟ ਆ। ਦੇਖੋ ਇਹ ਸਾਡੇ ਲੋਕਾਂ ਨੂੰ ਨਹੀਂ ਪਤਾ ਇਹ ਗੱਲ। 2-2.5 ਲੀਟਰ ਰੋਜ਼ ਲਗਭਗ ਲਿਕੁਇਡਸ ਲੈਣੇ ਚਾਹੀਦੇ ਆ, ਜਿਹਦੇ ਵਿੱਚ ਜੂਸ ਵੀ ਕਹਿ ਲਓ, ਪਾਣੀ ਵੀ ਕਹਿ ਲਓ, ਹੈ ਨਾ। ਜੇ ਦਾਲ ਹੋ ਗਈ ਉਹ ਵੀ ਲਿਕੁਇਡ ਆ, ਲੇਕਿਨ ਜਿਹਨਾਂ ਨੂੰ ਪੱਥਰੀ ਹੋ ਚੁੱਕੀ ਹੋਣ ਉਹ ਲਗਭਗ 3-3.5 ਲੀਟਰ ਤੱਕ ਉਹਨਾਂ ਨੂੰ ਲਿਕੁਇਡ ਰੋਜ਼ ਦੇ ਲੈਣੇ ਚਾਹੀਦੇ ਆ। ਤੁਸੀਂ ਦੱਸੋ ਅੱਜ ਕੱਲ੍ਹ ਏਸੀ এনवायरमेंट ਕੋ ਲੈਂਦਾ ਇਹਨੇ? ਨਹੀਂ ਲੈਂਦਾ। ਜਦ ਤੁਹਾਡੇ ਕੋਲ ਕੋਈ ਮਰੀਜ਼ ਆ ਗਿਆ, ਤੁਸੀਂ ਉਹਦਾ ਟ੍ਰੀਟਮੈਂਟ ਕੀਤਾ, ਉਹ ਸਹੀ ਹੋ ਗਿਆ ਬੰਦਾ, ਬਿਲਕੁਲ ਜੀ ਬਿਲਕੁਲ, ਪਰ ਬਣਦੀਆਂ ਫੇਰ ਰਹਿੰਦੀਆਂ। ਤੇ ਸਾਡੀ ਸਟੱਡੀਜ਼ ਕਹਿੰਦੀ ਹੈ ਇੱਕ ਵਾਰ ਜਿਹਨੂੰ ਪੱਥਰੀ ਬਣ ਜੇ ਤੇ ਜਦੋਂ ਅਸੀਂ ਪੱਥਰੀ ਨਿਕਾਲ ਦਿੰਦੇ ਆ, ਅਗਲੇ 5 ਸਾਲ ਦੇ ਵਿੱਚ ਉਹਨੂੰ 50% ਚਾਂਸ ਹੁੰਦੇ ਆ ਦੁਬਾਰਾ ਪੱਥਰੀ ਹੋਣ ਦੇ। ਸਤਿ ਸ਼੍ਰੀ ਅਕਾਲ, ਲਾਈਵ ਪੰਜਾਬੀ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਚਰਨਜੀਤ ਜੋਗੀ। ਅਕਸਰ ਜਦੋਂ ਅਸੀਂ ਕਿਤੇ 4 ਜਣੇ ਰਲ ਕੇ ਇਕੱਠੇ ਬੈਠੇ ਹੋਈਏ ਤਾਂ ਗੱਲਾਂ ਚੱਲਦੀਆਂ ਨੇ ਕਿ ਯਾਰ ਫਲਾਣੇ ਨੂੰ ਪੱਥਰੀ ਦੀ ਸ਼ਿਕਾਇਤ ਆ, ਯਾਰ ਫਲਾਣੇ ਦੀ ਬੱਖੀ ਦੇ ਵਿੱਚ ਦਰਦ ਉੱਠੀ ਤੇ ਉਹ ਹਸਪੀਟਲ ਗਿਆ, ਉੱਥੇ ਸਕੈਨ ਕੀਤੀ, ਉਹਨੂੰ ਪੱਥਰੀ ਆਈ। ਛੋਟੇ ਛੋਟੇ ਜਵਾਕ ਜਿਹੜੇ ਆ ਅੱਜ ਉਹ ਵੀ ਪੱਥਰੀ ਦੀ ਦਰਦ ਤੋਂ ਪਰੇਸ਼ਾਨ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਨੌਜਵਾਨ ਨੇ। ਗੱਲ ਕੀ ਸਾਡੇ ਭਾਰਤ ਵਿੱਚ ਇਹ ਰੋਗ ਬੁਰੀ ਤਰ੍ਹਾਂ ਦੇ ਨਾਲ ਫੈਲਦਾ ਜਾ ਰਿਹਾ। ਕੋਈ ਵੀ ਘਰ ਇਹਨੂੰ ਸ਼ਾਇਦ ਛੱਡਿਆ ਨਹੀਂ ਹੋਵੇਗਾ। ਕਿਉਂ ਹੁੰਦਾ ਇਹ ਰੋਗ? ਕਿਉਂ ਹੁੰਦੀਆਂ ਨੇ ਸਾਡੇ ਪੱਥਰੀਆਂ? ਇਹਨਾਂ ਦਾ ਇਲਾਜ ਕੀ ਹੈ? ਕੀ ਕਿਤੇ ਆਪਾਂ ਦੇਸੀ ਦਵਾਈ ਖਾ ਲਈਏ ਜਾਂ ਫਿਰ ਕਿਸੇ ਤੋਂ ਕੋਈ ਫਾਂਡਾ ਕਰਵਾ ਲਈਏ? ਕਿਉਂਕਿ ਬੜੇ ਇਦਾਂ ਦੇ ਵੀ ਚੱਕਰ ਚੱਲਦੇ ਨੇ। ਉਹ ਸਾਰੀਆਂ ਚੀਜ਼ਾਂ ਦੇ ਉੱਪਰੋਂ ਅੱਜ ਅਸੀਂ ਪਰਦਾ ਚੱਕਾਂਗੇ, ਕਿਉਂਕਿ ਅੱਜ ਸਾਡੇ ਨਾਲ ਲਾਈਵ ਪੰਜਾਬੀ ਟੀਵੀ ਤੇ ਬਹੁਤ ਕਾਬਲ ਡਾਕਟਰ ਸਾਡੇ ਨਾਲ ਨੇ, ਜਿਹੜੇ ਇਸ ਸਾਰੇ ਰੋਗ ਦੇ ਬਾਰੇ ਸਾਨੂੰ ਵਿਸਤਾਰਪੂਰਵਕ ਇਸ ਦੇ ਇਲਾਜ, ਇਸ ਦੇ ਕਾਰਜ, ਇਸ ਦੇ ਰੋਕਥਾਮ ਸਾਰਾ ਕੁਝ ਸਾਨੂੰ ਦੱਸਣਗੇ। ਡਾਕਟਰ ਦਿਗਵਿਜੇ ਸਿੰਘ ਸਾਡੇ ਨਾਲ ਨੇ, MBBS, MCH, MS ਸਾਡੇ ਨਾਲ, ਔਰ ਉਹਨਾਂ ਨੇ ਏਮਸ ਦੇ ਵਿੱਚ ਵੀ ਜਿਹੜੀਆਂ ਸੇਵਾਵਾਂ ਦਿੱਤੀਆਂ ਨੇ, PGI ਦੇ ਵਿੱਚ ਵੀ ਦਿੱਤੀਆਂ ਨੇ, ਔਰ ਸਾਡੇ ਨਾਲ ਅੱਜ ਸਾਰੇ ਇਸ ਵਿਸ਼ੇ ਦੇ ਉੱਪਰ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਨਗੇ। ਔਰ ਅਮਰੀਕਾ ਦੇ ਵਿੱਚ ਇਹਨਾਂ ਨੂੰ ਫੈਲੋਸ਼ਿਪ ਵੀ ਮਿਲੀ ਸੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੇ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਜਿਹੜੀ ਪੱਥਰੀ ਆ ਅੱਜ ਸਾਡੇ ਭਾਰਤ ਵਿੱਚ ਹੀ ਨਹੀਂ, ਪੂਰੇ ਹਰ ਥਾਂ ਜਿੱਥੇ ਵੀ ਅਸੀਂ ਜਾਂਦੇ ਹਾਂ, ਪਰ ਖਾਸ ਤੌਰ 'ਤੇ ਸਾਡੇ ਭਾਰਤੀਆਂ ਨੂੰ ਜ਼ਿਆਦਾ ਇਹ ਪੱਥਰੀ ਦੀ ਸ਼ਿਕਾਇਤ ਕਿਉਂ ਹੋਣ ਲੱਗ ਪਈ ਆ? ਦੇਖੋ ਜੀ, ਇਹ ਜੋ ਤੁਸੀਂ ਫਸਟ ਆਫ ਆਲ ਜੇ ਟੌਪਿਕ ਜਿਹੜਾ ਅੱਜ ਛੇੜਿਆ ਹੈ ਪੱਥਰੀ ਵਾਲਾ, ਇਹ ਬਹੁਤ ਜ਼ਰੂਰੀ ਹੈ ਤੇ ਸਾਡੇ ਸਮਾਜ ਨੂੰ ਇਹ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੀ ਚੀਜ਼ਾਂ ਇੱਦਾਂ ਦੀ ਹੁੰਦੀ ਹੈ ਕਿ ਸਾਡਾ ਸਮਾਜ, ਸੋਸਾਇਟੀ ਜੇ ਇਹਦੇ ਬਾਰੇ ਥੋੜ੍ਹਾ ਅਵੇਅਰ ਹੋ ਜੇ, ਮੈਂ ਕਹਿੰਦਾ ਅੱਧੀ ਪ੍ਰੋਬਲਮ ਹੀ ਸਾਡੀ ਖਤਮ ਹੋ ਜਾਣੀ ਹੈ ਜੀ। ਤਾਂ ਪਹਿਲਾਂ ਗੱਲ ਜਦੋਂ ਉਹਨੇ ਪੱਥਰੀ ਦੀ ਗੱਲ ਕਹੀ ਹੈ, ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਇਕੱਲਾ ਪੱਥਰੀ ਕਹਿ ਕੇ ਗੱਲ ਨਹੀਂ ਬਣਨੀ। ਸਾਨੂੰ ਪਹਿਲੇ ਡਿਫਰੈਂਸ਼ੀਏਟ ਕਰਨਾ ਪੈਣਾ ਹੈ, ਵੱਖਰਾ ਕਰਨਾ ਪੈਣਾ ਹੈ ਕਿ ਉਹਦੇ ਪਿੱਤੇ ਦੀ ਪੱਥਰੀ ਤੇ ਉਹਦੀ ਗੁਰਦੇ ਦੀ ਪੱਥਰੀ ਜੀ। ਤੇ ਕਿਉਂਕਿ ਮੈਂ PGI ਤੋਂ ਯੂਰੋਲੋਜਿਸਟ ਹਾਂ, MCH ਹੈ ਨਾ, ਮੇਰਾ ਮੇਨ ਫੀਲਡ ਤਾਂ ਯੂਰੋਲੋਜੀ ਦਾ ਹੀ ਕੰਮ ਆ। ਤੇ ਪਹਿਲਾਂ ਅਸੀਂ ਗੁਰਦੇ ਦੀ ਪੱਥਰੀ ਬਾਰੇ ਗੱਲ ਕਰਾਂਗੇ। ਤਾਂ ਪਹਿਲਾ ਸਵਾਲ ਹੁੰਦਾ ਜੀ ਗੁਰਦੇ ਦੀ ਪੱਥਰੀ। ਤਾਂ ਸਭ ਤੋਂ ਬੜੀ ਇੰਪੋਰਟੈਂਟ ਗੱਲ ਹੈ ਕਿ ਗੁਰਦੇ ਦੀ ਪੱਥਰੀ ਅੱਜ ਕੱਲ੍ਹ ਆਖਿਰ ਹੋ ਕਿਉਂ ਰਹੀ ਹੈ, ਕਿਉਂ ਹੋ ਰਹੀ ਹੈ? ਇਹ ਸਭ ਤੋਂ ਮੇਨ ਕਾਰਨ ਹੈ। ਦੇਖੋ ਜੀ, ਸਾਡਾ ਖਾਣਾ ਪਾਣਾ, ਰਹਿਣਾ ਸਭ ਕੁਝ ਚੇਂਜ ਹੋ ਚੁੱਕਿਆ ਹੈ। ਅਸੀਂ ਜੰਕ ਫੂਡ ਜਿਹਨੂੰ ਕਹਿੰਦੇ ਆ, ਤੁਹਾਨੂੰ ਪਤਾ ਆ, ਮੈਦੇ ਦੀ ਚੀਜ਼ਾਂ ਜਿਹਨਾਂ ਨੂੰ ਕਹਿੰਦੇ ਆ, ਅਸੀਂ ਖਾਣਾ ਪੀਣਾ ਸਾਡਾ ਜ਼ਿਆਦਾ ਹੋ ਚੁੱਕਿਆ ਆ। ਸਭ ਤੋਂ ਵੱਡੀ ਗੱਲ ਹੈ, ਅਸੀਂ ਹੁਣ ਉਨੇ ਲਿਕੁਇਡਸ, ਪਾਣੀ ਜਾਂ ਕਦੋਂ ਨਿੰਬੂ ਪਾਣੀ, ਉਹ ਛੱਡ ਚੁੱਕੇ ਹਾਂ।
ਅਸੀਂ ਔਰ ਦੂਜੀ ਚੀਜ਼ਾਂ ਤੇ ਉੱਪਰ ਆ ਚੁੱਕੇ ਹਾਂ ਜੋ ਸਾਡੇ ਉੱਪਰ ਜੰਮ ਜਾਂਦੀ ਹੈ ਸਾਡੇ ਅੰਦਰ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਮੇਨ ਮੋਟਾ ਕੋਈ ਵੀ ਬੰਦਾ ਸਮਝ ਸਕਦਾ ਹੈ। ਮੰਨ ਲਓ ਕਿ ਪਾਣੀ ਦਾ ਅਸੀਂ ਗਿਲਾਸ ਲੈਂਦੇ ਹਾਂ, ਪਾਣੀ ਦੇ ਗਿਲਾਸ 'ਚ ਅਸੀਂ 1 ਚਮਚ ਚੀਨੀ ਪਾਉਂਦੇ ਹਾਂ, ਅਸੀਂ ਘੋਲੋਗੇ ਘੁਲ ਜੂਗਾ। ਤੁਸੀਂ ਦੂਜਾ ਚਮਚ ਪਾਓਗੇ ਉਹ ਵੀ ਘੁਲ ਜੂਗਾ। ਤੀਜੇ ਚਮਚ ਨੂੰ ਘੋਲਣ ਲਈ ਮੁਸ਼ਕਿਲ ਆਣੀ ਹੈ, ਚੌਥਾ ਸ਼ਾਇਦ ਔਰ ਮੁਸ਼ਕਿਲ, ਸ਼ਾਇਦ 5ਵਾਂ ਚਮਚ ਨਾ ਘੁਲੇ ਹੁੰਦੇ ਅੰਦਰ। ਬਸ ਇਦਾਂ ਹੀ ਪੱਥਰੀ ਬਣਦੀ ਹੈ। ਜਦੋਂ ਸਾਡੇ ਅੰਦਰ ਸੋਲਿਊਟਸ ਵੱਧ ਜਾਂਦੇ ਆ, ਅਸੀਂ ਸਾਡਾ ਜਿੰਨਾ ਵੀ ਅਸੀਂ ਖਾਈ ਪੀ ਜਾ ਰਹੇ ਹਾਂ ਹੈ ਜ਼ਿਆਦਾ ਪ੍ਰੋਟੀਨ ਵਾਲੇ ਸਬਸਟੈਂਸ ਲੈਂਦੇ ਆ, ਮਿਲਕ ਪ੍ਰੋਡਕਟ ਬਹੁਤ ਜ਼ਿਆਦਾ ਲੈਂਦੇ ਆ, ਅਸੀਂ ਜਿੰਨਾ ਵੀ ਸਾਡਾ ਜਮਾਂਦਰੂ ਕੰਡੀਸ਼ਨ ਹੁੰਦੀ, ਯੂਰਿਕ ਐਸਿਡ ਜਦੋਂ ਜ਼ਿਆਦਾ ਵਧਿਆ ਹੁੰਦਾ ਹੈ, ਇਦਾਂ ਦੀ ਕੰਡੀਸ਼ਨ ਕਰਕੇ ਅਸੀਂ ਖਾ ਪੀ ਬਹੁਤ ਰਹੇ ਹਾਂ ਤੇ ਅਦੀ ਲਿਕੁਇਡ ਉਹਨਾਂ ਨਹੀਂ ਲੈ ਰਹੇ ਹਾਂ। ਤੇ ਇਹ ਮੇਨ ਕਾਰਨ ਰਹਿੰਦਾ ਹੈ ਉਹ ਪੱਥਰੀ ਜੰਮਣ ਜਾਣ ਦਾ। ਤੇ ਉਹ ਜੋ ਸਮਾਨ ਹੁੰਦਾ ਹੈ ਜੋ ਸਾਡੇ ਪਿਸ਼ਾਬ 'ਚ ਘੁਲ ਕੇ ਆ ਜਾਣਾ ਚਾਹੀਦਾ ਆ, ਉਹ ਕਦੇ ਉੱਥੇ ਰਹਿੰਦਾ ਆ। ਇਹਦੇ ਵਿੱਚ ਇਹ ਡਾਈਟਰੀ ਕਾਰਨ ਵੀ ਹੁੰਦੇ ਆ ਤੇ ਕੁਝ ਜੈਨੇਟਿਕ ਕਾਜ਼ ਵੀ ਹੁੰਦੇ ਆ। ਇਹ ਮੋਟਾ ਇਹ ਕਾਰਨ ਹੈਗਾ ਜੀ। ਡਾਈਟਰੀ ਦਾ ਤੁਸੀਂ ਦੱਸ ਦਿੱਤਾ ਕਿ ਇਹ ਆਪਾਂ ਜਿਹੜਾ ਸਾਡਾ ਖਾਣ ਪੀਣ ਹੈ, ਜੋ ਸਾਡੀ ਜੀਵਨ ਸ਼ੈਲੀ ਹੈਗੀ ਹੈ, ਉਹ ਸਾਰੀ ਬਦਲ ਗਈ ਹੈ। ਤੇ ਜਿਹੜੇ ਜੈਨੇਟਿਕ ਕਾਰਨ ਆ ਉਹ ਕਿਹੜੇ ਹੋ ਸਕਦੇ ਆ? ਦੇਖੋ ਜੀ, ਜੈਨੇਟਿਕ ਬਹੁਤ ਸਾਰੇ ਕਾਰਨ ਹੁੰਦੇ ਆ ਜੀ, ਜਿਹਦਾ ਕਾਰਨ ਜਦੋਂ ਅਸੀਂ ਸਭ ਤੋਂ ਪਹਿਲਾਂ ਜਦੋਂ ਪੇਸ਼ੈਂਟ ਸਾਡੇ ਕੋਲ ਪੱਥਰੀ ਦਾ ਆਉਂਦਾ ਆ, ਸਾਡੀ ਹਿਸਟਰੀ ਰਹਿੰਦੀ ਕਿ ਤੁਹਾਡੇ ਪੇਰੈਂਟਸ ਨੂੰ ਫੈਮਿਲੀ 'ਚ ਕਿਤੇ ਹੈਗਾ ਆ। ਕਈਆਂ ਦੀ ਫੈਮਿਲੀ 'ਚ ਯੂਰਿਕ ਐਸਿਡ ਤੁਸੀਂ ਦੇਖਿਆ ਹੋਣਾ, ਯੂਰਿਕ ਐਸਿਡ ਬਹੁਤ ਵਧਿਆ ਹੁੰਦਾ ਹੈ। ਯੂਰਿਕ ਐਸਿਡ ਇੱਕ ਬਹੁਤ ਬੜਾ ਕਾਰਨ ਹੈ ਵਧਣ ਦਾ। ਕਈ ਪੇਸ਼ੈਂਟਸ ਦੇ ਵਿੱਚ ਬੀਪੀ, ਬਲੱਡ ਪ੍ਰੈਸ਼ਰ ਜਾਂ ਫਿਰ ਸ਼ੂਗਰ ਦੀ ਪ੍ਰੋਬਲਮਾਂ ਚੱਲਦੀਆਂ, ਉਹ ਵੀ ਨਾਲ ਪੱਥਰੀ ਨੂੰ ਵਧਾਉਣ ਦਾ ਕੰਮ ਕਰਦੀਆਂ। ਨਾਲ ਇੱਥੇ ਕਈ ਤਰ੍ਹਾਂ ਦੀ ਜੈਨੇਟਿਕ ਜਮਾਂਦਰੂ ਕੰਡੀਸ਼ਨ ਵੀ ਹੁੰਦੀਆਂ, ਜਿੱਦਾਂ ਸਿਸਟੀਨ ਇੱਕ ਨਾਮ ਦੀ ਚੀਜ਼ ਹੁੰਦੀ, ਉਹ ਵਧਿਆ ਰਹੇ ਤਾਂ ਜ਼ਿਆਦਾ ਹੁੰਦਾ ਆ। ਤੇ ਮੇਨ ਇਹਦੇ ਵਿੱਚ ਕਈ ਜੈਨੇਟਿਕ ਫੈਕਟਰਸ ਵੀ ਹੈਗੇ ਆ, ਸਾਰੇ ਰਲਾ ਕੇ ਅਸੀਂ ਦੇਖਦੇ ਹਾਂ ਕਿ ਹਾਂ ਇਹ ਕਾਰਨ ਹੈਗੇ, ਇਹਨਾਂ ਦੇ ਵਿੱਚ ਪੱਥਰੀ ਜ਼ਿਆਦਾ ਚਾਂਸਸ ਹੁੰਦੇ ਆ ਉਹਨਾਂ ਦੇ ਬਣਨ ਦੇ। ਪਰ ਫਿਰ ਵੀ ਜਿੰਨੇ ਵੀ ਹੋਣ, ਜੇ ਅਸੀਂ ਆਪਣੀ ਡਾਈਟ 'ਚ ਚੇਂਜਸ ਰੱਖੀਏ, ਆਪਣੇ ਖਾਣ ਪੀਣ ਦਾ ਪੂਰਾ ਪ੍ਰਬੰਧ ਰੱਖੀਏ, ਐਸਪੈਸ਼ਲੀ ਲਿਕੁਇਡ ਅਸੀਂ ਲੈਂਦੇ ਰਹੀਏ, ਤੇ ਬਹੁਤ ਹੱਦ ਤੱਕ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਆ ਤੇ ਅਸੀਂ ਚੰਗੇ ਰਹਿ ਸਕਦੇ ਹਾਂ। ਜੀ ਡਾਕਟਰ ਸਾਹਿਬ, ਜਿਹੜਾ ਗੁਰਦੇ ਦੇ ਵਿੱਚ ਪੱਥਰੀਆਂ ਹੋ ਗਈਆਂ, ਮੰਨ ਲਓ, ਕਿਉਂਕਿ ਅੱਜ ਕੱਲ ਤਾਂ ਹਰ ਇੱਕ ਦੇ ਤਕਰੀਬਨ ਤੀਸਰਾ ਬੰਦਾ ਜਿਹੜਾ ਹੈਗਾ ਇਸ ਪਰੇਸ਼ਾਨੀ ਦੇ ਨਾਲ ਜੂਝ ਰਿਹਾ। ਮੰਨ ਲਓ ਜੇਕਰ ਇੱਕ ਗੁਰਦੇ ਦੇ ਵਿੱਚ ਪੱਥਰੀ ਹੈ, ਕਈ ਵਾਰ ਸਕੈਨਿੰਗ ਕਰਾਉਣ ਜਾਂਦੇ ਉਹ ਕਹਿੰਦੇ ਯਾਰ ਤੇਰੇ ਦੋਨਾਂ ਗੁਰਦਿਆਂ ਦੇ ਵਿੱਚ ਬਿਲਕੁਲ ਜੀ ਇਹ ਬੜੀ ਪਰੇਸ਼ਾਨੀ ਹੋ ਜਾਂਦੀ ਹੈ, ਬੰਦਾ ਬੜਾ ਪਰੇਸ਼ਾਨ ਹੋ ਜਾਂਦਾ ਹੈ। ਤੇ ਜਿਹੜੀ ਪੱਥਰੀ ਹੈ ਤਾਂ ਨਿੱਕੀ ਜਿਹੀ ਵੀ ਪਰੇਸ਼ਾਨ ਕਰਦੀ ਹੈ, ਤੇ ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਕਿੰਨੇ ਕੁ MM ਵਾਲੀ ਹੈਗੀ ਜਿਹੜੀ ਨਿਕਲ ਜਾਂਦੀ ਹੈ? ਹਾਂ ਦੇਖੋ, ਇਹਨੂੰ ਦੇਖੋ, ਇੱਕ ਬੜੀ ਗੱਲ ਹੈ ਕਿ ਅੱਜ ਕੱਲ ਜਦੋਂ ਵੀ ਤੁਸੀਂ ਸਕੈਨ ਕਰਾਉਂਦੇ ਆ, ਪੱਥਰੀਆਂ ਆਉਂਦੀਆਂ, ਅਲਟਰਾਸਾਊਂਡ 'ਚ ਲਿਖਿਆ ਹੁੰਦਾ, ਕਨਕਰੀਸ਼ਨਸ ਵੀ ਕਈ ਵਾਰ ਲਿਖਿਆ ਹੁੰਦਾ, ਛੋਟੀ ਪੱਥਰੀ ਵੀ ਹੁੰਦੀ ਆ। ਪਹਿਲੀ ਗੱਲ ਤਾਂ ਇਹਦੇ 'ਚ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਬਿਲਕੁਲ ਜੇ ਕੋਈ ਛੋਟੀ ਪੱਥਰੀ ਹੈਗੀ ਆ ਤੇ ਮੋਸਟਲੀ ਛੋਟੀ ਪੱਥਰੀਆਂ ਦਵਾਈ ਨਾਲ ਹੀ ਨਿਕਲ ਜਾਂਦੀ ਆ। ਪਰ ਬਸ ਮੇਰੀ ਰਿਕੁਐਸਟ ਜਨਤਾ ਨਾਲ ਇਹ ਆ, ਉਹ ਦਵਾਈ ਜਦੋਂ ਤੁਸੀਂ ਦੇਸੀ ਚੱਕਰ 'ਚ ਪੈਂਦੇ ਆ ਜੀ ਵਧੀਆ, ਜੇ ਕਿਸੇ ਆਯੁਰਵੈਦਿਕ ਚੱਕਰ 'ਤੇ ਅਸੀਂ ਮੰਨਦੇ ਹਾਂ ਉਹ ਸਾਇੰਸ ਵੀ ਵਧੀਆ ਆ, ਪਰ ਕੋਈ ਇਦਾਂ ਦੇ ਨੀਮ ਹਕੀਮ ਦੇ ਕੋਲ ਨਾ ਜਾਓ ਜੋ ਕਿ ਸਟੀਰੋਇਡ ਪਾ ਦੇ, ਕੋਈ ਗਲਤ ਚੀਜ਼ ਪਾ ਦੇ, ਕੱਲਾ ਦਰਦ ਬੰਦ ਕਰਦੇ। ਇਦਾਂ ਦਵਾਈਆਂ ਹੈਗੀ, ਉਹ ਦਰਦ ਬੰਦ ਕਰ ਦਿੰਦੀ ਆ ਲੇਕਿਨ ਪੱਥਰੀ ਉੱਥੇ ਹੀ ਹੁੰਦੀ ਆ, ਬਾਅਦ 'ਚ ਗੁਰਦਾ ਖਰਾਬ ਹੁੰਦਾ ਆ। ਤੇ ਛੋਟੀ ਮੋਟੀ ਪੱਥਰੀ ਅਸੀਂ ਮੰਨਦੇ ਹਾਂ 3 ਅਪ ਟੂ 4 mm 5 mm, ਬਲਕਿ ਕਈ ਅਸੀਂ ਜਗ੍ਹਾ ਦੇਖਿਆ 7-8 mm ਦੀ ਪੱਥਰੀਆਂ ਵੀ ਗੁਰਦੇ 'ਚ ਹੁੰਦੀਆਂ ਜੋ ਚੰਗੀ ਦਵਾਈ ਨਾਲ ਸੈੱਟ ਹੋ ਜਾਂਦੀ ਹੈ। ਬਸ ਸਾਨੂੰ ਕੁਝ ਉਹਦੀ ਇਨਵੈਸਟੀਗੇਸ਼ਨ ਕਰਨੀ ਪੈਂਦੀ ਹੈ। ਜੇ ਕੋਈ ਮੰਨ ਲਓ ਯੂਰਿਕ ਐਸਿਡ ਵਧਿਆ ਹੋਏ, ਜੇ ਕੋਈ ਉਹਦੇ ਅੰਦਰ ਯੂਰਿਨ 'ਚ ਮੰਨ ਲਓ ਕੋਈ ਪ੍ਰੋਟੀਨ ਆ ਰਿਹਾ ਹੋਏ, ਉਹ ਸਾਰੀ ਸੈਟਿੰਗ ਕਰਕੇ ਅਸੀਂ ਦਵਾਈ ਨਾਲ ਉਹਦਾ ਚੰਗਾ ਇਲਾਜ ਕਰ ਸਕਦੇ ਹਾਂ ਅਸੀਂ। ਔਰ ਬਲਕਿ ਅਸੀਂ ਚਾਹੁੰਦੇ ਹਾਂ ਜੇ ਪੱਥਰੀ ਹੋਏ ਆਪਰੇਸ਼ਨ ਦੀ ਕੋਈ ਲੋੜ ਨਾ ਹੋਏ, ਦਵਾਈ ਨਾਲ ਹੀ ਆਰਾਮ ਆ ਜਾਏ ਉਹਦਾ। ਜੀ ਡਾਕਟਰ ਸਾਹਿਬ, ਕਈ ਜਿੱਦਾਂ ਤੁਸੀਂ ਹੁਣ ਗੱਲ ਕਹੀ, ਕਈ ਲੋਕ ਜੇ ਆਯੁਰਵੈਦ ਆ, ਚਲੋ ਉਹ ਤਾਂ ਮੰਨਿਆ ਵੀ ਸਾਡੀ ਇੱਕ ਪੱਧਤੀ ਹੈਗੀ ਆ, ਪਰ ਜਿਹੜੇ ਲੋਕ ਕਈ ਘਰਾਂ ਦੇ ਵਿੱਚ ਮਾਹਰ ਬਣ ਕੇ ਬੈਠੇ ਆ ਕਿ ਗੁਰਦੇ ਦੀ ਪੱਥਰੀ ਦਾ ਅਸੀਂ ਸ਼ਰਤੀਆ ਇਲਾਜ ਕਰਦੇ ਆ, ਅਖਬਾਰਾਂ ਦੇ ਵਿੱਚ ਵੀ ਦਿੰਦੇ ਆ, ਉਹ ਪਤਾ ਨਹੀਂ ਕੀ ਪੀ ਕੇ ਸਾਨੂੰ ਖਿਲਾਈ ਜਾਂਦੇ ਆ, ਲੋਕ ਖਾਂਦੇ ਆ, ਮੁੜ ਕੇ ਕਹਿੰਦੇ ਮੇਰੀ ਤਾਂ ਫਲਾਣੇ ਥਾਂ ਤੋਂ ਨਿਕਲ ਗਈ, ਮੇਰੀ ਟਮਕਾਨੇ ਥਾਂ ਤੋਂ ਨਿਕਲ ਗਈ। ਉੱਥੇ ਜਾਓ, ਕੋਈ ਪਿਲਾਉਂਦਾ ਆ, ਕੋਈ ਖਿਲਾਉਂਦਾ ਆ। ਬਿਲਕੁਲ ਜੀ ਬਿਲਕੁਲ। ਇੱਥੇ ਸਾਨੂੰ ਜਾਣ ਦਾ ਰਿਸਕ ਲੈਣਾ ਚਾਹੀਦਾ ਜਾਂ ਨਹੀਂ? ਮੈਂ ਕਹਿੰਦਾ ਬਿਲਕੁਲ ਨਾ ਰਿਸਕ ਲਿਓ। ਦੇਖੋ ਜੀ, ਗੁਰਦਾ ਜਦ ਤੱਕ ਹੈਗਾ ਸ਼ਾਇਦ ਤੁਹਾਨੂੰ ਦੀ ਕੀਮਤ ਨਹੀਂ ਪਤਾ, ਪਰ ਜਿਨ੍ਹਾਂ ਦੇ ਗੁਰਦੇ ਖਰਾਬ ਹੋ ਜਾਂਦੇ ਨੇ ਪੱਥਰੀ ਕਰਕੇ ਹੀ, ਉਹਨਾਂ ਦੀ ਹਾਲਤ ਪੁੱਛੋ ਕੀ ਹੁੰਦੀ ਹੈ। ਬਹੁਤ ਮੁਸ਼ਕਿਲ ਕੰਡੀਸ਼ਨ ਹੋ ਜਾਂਦੀ ਹੈ। ਜੇ ਕੋਈ ਸਾਇੰਟੀਫਿਕ ਰੋਲ ਹੈ, ਸਾਇੰਟੀਫਿਕ ਚਾਹੇ ਭਾਵੇਂ ਐਲੋਪੈਥੀ ਹੋਏ, ਚਾਹੇ ਭਾਵੇਂ ਹਾਲਾਂਕਿ ਮੈਂ ਗਿਆਤਾ ਨਹੀਂ ਆਯੁਰਵੇਦ ਦਾ, ਪਰ ਉਹ ਵੀ ਬਹੁਤ ਵਧੀਆ ਸਾਇੰਸ ਹੈ, ਜੋ ਉਹਦੇ ਅੰਦਰ ਵੀ ਕੁਝ ਹੈਗਾ, ਕਰੋ ਟ੍ਰੀਟਮੈਂਟ। ਪਰ ਜੇ ਕੋਈ ਅਸੀਂ ਨਿਰੇ ਦੇਸੀ ਤਰੀਕੇ 'ਚ ਆ ਜਾਈਏ, ਅਸੀਂ ਤਾਂ ਇਹ ਵੀ ਸੁਣਦੇ ਹਾਂ ਜੀ, ਲੋਕੀ ਕਹਿੰਦੇ ਆ ਜੀ ਰੁਮਾਲ ਰੱਖਤਾ ਜੀ, ਹਾਂ ਕੋਈ ਗਲਾਸ ਲਾਤਾ ਕਿਸੇ ਨੇ ਜੀ, ਇਹ ਵੀ ਰੱਖਦੇ ਆ ਜੀ। ਅਸੀਂ ਸੁਣਿਆ ਜੀ ਦੰਦੀ ਲਾਈ ਜੀ, ਦੰਦੀ ਨਾਲ ਪੱਥਰੀ ਵੱਢਦੇ ਆ। ਹਾਂ, ਤਾਂ ਪਲੀਜ਼ ਇਹਦੇ ਚੱਕਰਾਂ 'ਚ ਨਾ ਪਿਓ। ਪੱਥਰੀ ਹੈਗੀ ਹੈ ਤਾਂ ਮੈਂ ਤਾਂ ਖੁਦ ਕਹਿੰਦਾ ਆ ਦਵਾਈ ਨਾਲ ਇਹਦਾ ਇਲਾਜ ਹੋ ਸਕਦਾ ਛੋਟੀ ਪੱਥਰੀ ਦਾ, ਤੇ ਕਿਉਂ ਨਾ ਉਹਦੀ ਇਨਵੈਸਟੀਗੇਟ ਕਰਾਈਏ, ਉਹਦਾ ਇਲਾਜ ਲਈਏ, ਤੇ ਗਾਂ ਹੋਣ ਵਾਲੀ ਜੋ
ਖਤਰਨਾਕ ਪ੍ਰੋਬਲਮ ਹੋ ਸਕਦੀ ਹੈ, ਸਰੀਰ ਨੂੰ ਨੁਕਸਾਨ ਹੋ ਸਕਦਾ, ਗੁਰਦੇ ਨੇ ਪਸ ਪੈ ਸਕਦੇ, ਗੁਰਦਾ ਤਬਾਹ ਹੋ ਸਕਦਾ, ਉਹ ਤੋਂ ਅਸੀਂ ਬਚੀਏ, ਅਸੀਂ ਅਵੇਅਰ ਰਹੀਏ। ਸਾਡਾ ਐਕਚੁਅਲੀ ਮਕਸਦ ਇਹੀ ਹੈ ਅਸੀਂ ਪੱਥਰੀ ਬਾਰੇ ਇਹ ਅਸੀਂ ਚਾਹੁੰਦੇ। ਜਿਵੇਂ ਤੁਸੀਂ ਇਹ ਗੱਲ ਕੀਤੀ ਕਿ ਸਾਡਾ ਗੁਰਦਾ ਖਰਾਬ ਹੋ ਸਕਦਾ, ਹਾਂਜੀ ਬਿਲਕੁਲ ਪਸ ਪੈ ਸਕਦੀ ਹੈ, ਇਹ ਕੰਡੀਸ਼ਨ ਕਦੋਂ ਕੁ ਆਉਂਦੀ ਆ? ਐਗਜ਼ੈਕਟਲੀ ਦੇਖੋ ਇਦਾਂ ਹੁੰਦਾ ਹੈ ਜੀ, ਗੁਰਦੇ ਦੇ ਅੰਦਰ ਦੇਖੋ, ਜੇ ਤੁਹਾਨੂੰ ਮੈਂ ਜੇ ਤੁਸੀਂ ਕਰੋ ਮੈਂ ਕੁਐਸਚਨ ਸਮਝਾਉਂ ਇਹਦੇ ਵਿੱਚ ਜੀ। ਦੇਖੋ ਜੀ, ਇਹ ਸਾਡੇ ਦੋ ਗੁਰਦੇ ਹੁੰਦੇ ਆ ਜੀ, ਇਹਦੇ ਵਿੱਚ ਪਿਸ਼ਾਬ ਬਣਦਾ ਆ, ਇਹ ਸਾਡੀ ਥੈਲੀ ਹੈ ਤੇ ਇੱਥੋਂ ਪਿਸ਼ਾਬ ਬਣਦਾ ਆ, ਇਹ ਸਾਡਾ ਗੁਰਦਾ ਆ। ਮੰਨ ਲਓ ਇਹਦੇ ਕੋਲ ਮੰਨ ਲਓ ਪੱਥਰੀ ਹੋਈ, ਮੰਨ ਲਓ ਛੋਟੀ ਪੱਥਰੀ ਜਾਂ ਬੜੀ ਪੱਥਰੀ, ਚਾਹੇ 1 ਸੈਂਟੀਮੀਟਰ ਦੀ ਵੀ ਹੋਗੀ, 2 ਸੈਂਟੀਮੀਟਰ ਦੀ ਵੀ ਹੋਗੀ, ਪਰ ਗੁਰਦੇ ਦੇ ਇੱਥੇ ਪਈ ਆ, ਇਹ ਰਾਸਤੇ ਨੂੰ ਨਹੀਂ ਹਲੇ ਨੇ ਰੋਕਿਆ। ਮੈਂ ਕਿਹਾ ਕੋਈ ਘਬਰਾਉਣ ਦੀ ਲੋੜ ਨਹੀਂ, ਇਹ ਅਸੀਂ ਚਾਹੇ ਭਾਵੇਂ ਛੋਟੀ ਦਵਾਈ ਨਾਲ ਚਾਹੇ ਬੜੀ ਨੂੰ ਦੂਰਬੀਨ ਦੇ ਲੇਜ਼ਰ ਨਾਲ ਨਿਕਾਲ ਸਕਦੇ ਹਾਂ, ਪਰ ਭਾਵੇਂ ਕੋਈ ਵੀ ਪੱਥਰੀ ਛੋਟੀ ਜਾਂ ਵੱਡੀ, ਜਦੋਂ ਇਹ ਰਾਸਤੇ ਨੂੰ ਰੋਕਣਾ ਸ਼ੁਰੂ ਕਰਦੀ ਆ, ਇਹਦਾ ਮਤਲਬ ਤਾਂ ਫਿਰ ਗੁਰਦਾ ਫੁੱਲਣਾ ਸ਼ੁਰੂ ਹੋ ਜਾਂਦਾ ਆ, ਦਰਦ ਹੋਣਾ ਸ਼ੁਰੂ ਹੁੰਦਾ ਆ। ਉਹਦਾ ਇਲਾਜ ਭਾਵੇਂ ਦਵਾਈ ਨਾਲ ਭਾਵੇਂ ਕਿਸੇ ਲੇਜ਼ਰ ਦੀ ਟੈਕਨੀਕ ਨਾਲ ਕਰਾ ਲੈਣਾ ਚਾਹੀਦਾ। ਜੇ ਅਸੀਂ ਨਹੀਂ ਕਰਾਉਂਦੇ, ਨਲਕੀ 'ਚ ਫਸੀ ਹੈ, ਲੋਕੀ ਘੁੰਮ ਰਹੇ ਆ ਜੀ ਪੱਥਰੀਆਂ ਲੈ ਕੇ, ਨਲਕੀ ਦੀ ਪੱਥਰੀ ਲੈ ਕੇ ਘੁੰਮ ਰਹੇ ਆ। ਜਦੋਂ ਰਸਤੇ ਨੂੰ ਕੋਈ ਪੱਥਰੀ ਰੋਕਦੀ ਹੈ, ਚਾਹੇ ਛੋਟੀ ਹੋਵੇ ਵੱਡੀ ਹੋਏ, ਤੇ ਲੰਬੇ ਸਮੇਂ ਤੱਕ ਰੋਕ ਲੇ, ਮਹੀਨਾ, 1.5 ਮਹੀਨਾ, 2 ਮਹੀਨਾ, ਸਮਝ ਲਓ ਗੁਰਦੇ ਦਾ ਫੰਕਸ਼ਨ ਤੇ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਆ। ਤੇ ਇੱਕ ਟਾਈਮ ਇਦਾਂ ਦਾ ਆਉਂਦਾ ਜੇ ਪਸ ਪੈ ਜਾਂਦੀ ਆ, ਜੇ ਪਸ ਨਾ ਵੀ ਪਏ, ਗੁਰਦਾ ਫੁੱਲ ਕੇ ਇਹਦਾ ਫੰਕਸ਼ਨ ਫਿਰ ਰਹਿ ਜਾਂਦਾ ਆ। ਇਹ ਮੋਟਾਈ ਬਹੁਤ ਜ਼ਰੂਰੀ ਹੈ ਗੁਰਦੇ ਦੀ, ਇਹਨੂੰ ਕੋਰਟੀਕਲ ਥਿਕਨੈਸ ਕਹਿੰਦੇ ਆ ਜੀ। ਜਦੋਂ ਇਹਦੀ ਰੁਕਾਵਟ ਕਰਕੇ ਗੁਰਦਾ ਫੁੱਲ ਜਾਂਦਾ, ਇਹਦੀ ਥਿਕਨੈਸ ਘਟਣ ਸ਼ੁਰੂ ਹੋ ਜਾਂਦੀ ਹੈ ਤੇ ਗੁਰਦਾ ਤਬਾਹ ਹੋ ਜਾਂਦਾ ਹੈ। ਫਿਰ ਲੋਕੀ ਸਾਨੂੰ ਕਹਿੰਦੇ ਜੀ, ਚਾਹੇ ਭਾਵੇਂ ਤੁਸੀਂ ਕਹਿ ਰਹੇ ਹੋ ਜੀ ਗੁਰਦਾ ਖਰਾਬ, ਮੈਨੂੰ ਤਾਂ ਪਿਸ਼ਾਬ ਆਉਂਦਾ ਆ, ਤੇ ਭੈਣੋਂ ਤੋਂ ਭਰਾਵਾਂ ਤੇ ਪਿਸ਼ਾਬ ਤੋਂ ਆਊਗਾ, ਕਿ ਦੂਜਾ ਗੁਰਦਾ ਹੈਗਾ ਉੱਥੋਂ ਪਿਸ਼ਾਬ ਆ ਹੀ ਰਿਹਾ ਆ, ਪਰ ਇੱਕ ਗੁਰਦਾ ਤਾਂ ਗਿਆ ਨਾ, ਤੇ ਕਿਉਂ ਜਾਣ ਦੇਣਾ ਅਸੀਂ? ਜੇ ਸਾਡੇ ਕੋਲ ਇਲਾਜ ਹੈਗਾ, ਵਧੀਆ ਇਲਾਜ ਹੈਗਾ ਆ, ਭਾਵੇਂ ਦਵਾਈ ਨਾਲ ਜਾਂ ਫਿਰ ਆਪਰੇਸ਼ਨ ਨਾਲ। ਆਪਰੇਸ਼ਨ ਵੀ ਅੱਜ ਕੱਲ੍ਹ ਚੀਰਾ ਤਾਂ ਕੋਈ ਲੱਗਦਾ ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਚੀਰਾ ਨਹੀਂ ਲੱਗਦਾ, ਕੋਈ ਤਰ੍ਹਾਂ ਟਾਂਕਾ ਨਹੀਂ ਲੱਗਦਾ, ਕੱਲੇ ਲੇਜ਼ਰ ਦੀ ਟੈਕਨੀਕ ਨਾਲ ਸਾਰਾ ਸਟੋਨ ਨਿਕਲ ਜਾਂਦਾ ਹੈ। ਤੇ ਰੱਬ ਨੇ ਸਾਨੂੰ ਚੀਜ਼ ਦਿੱਤੀ ਹੈ, ਗੁਰਦਾ ਦਿੱਤਾ, ਉਹਨੂੰ ਕਿਉਂ ਖਰਾਬ ਕਰਾਈਏ ਅਸੀਂ? ਬਿਲਕੁਲ ਜੀ। ਔਰ ਡਾਕਟਰ ਸਾਹਿਬ, ਕਈ ਵਾਰ ਤਾਂ ਇੱਥੋਂ ਤੱਕ ਵੀ ਦੇਖਿਆ ਗਿਆ ਕਿ ਕਈਆਂ ਲੋਕਾਂ ਦੇ ਪੱਥਰੀ ਹੁੰਦੀ ਹੈ, ਉਹ ਡਾਕਟਰ ਦੇ ਕੋਲ ਜਾਣ ਦੀ ਬਜਾਏ ਆਪ ਹੀ ਓੜ-ਪੋੜ ਕਰਦੇ ਰਹਿੰਦੇ ਆ। ਹਾਂਜੀ। ਕਈ ਵਾਰ ਦਰਦ ਵੀ ਸਹਿ ਲੈਂਦੇ ਆ, ਸਾਰਾ ਕੁਝ ਕਰ ਲੈਂਦੇ, ਪਿਸ਼ਾਬ ਦੇ ਵਿੱਚੋਂ ਖੂਨ ਵੀ ਆਉਣ ਲੱਗ ਪੈਂਦਾ। ਬਿਲਕੁਲ ਜੀ, ਬਿਲਕੁਲ ਸਹੀ ਉਹ ਖਤਰਨਾਕ ਕੰਡੀਸ਼ਨ ਹੋ ਜਾਂਦੀ। ਬਿਲਕੁਲ ਜੀ, ਬਿਲਕੁਲ। ਉੱਥੇ ਕਿੰਨਾ ਕੁ ਡਰਨ ਦੀ ਲੋੜ ਹੈ ਸਾਨੂੰ? ਦੇਖੋ ਜੀ, ਜੇ ਤੁਹਾਡਾ ਬੱਖੀ 'ਚ ਦਰਦ ਹੋਣ ਲੱਗਿਆ, ਪੱਥਰੀ ਤੁਹਾਡੇ ਫਸੀ ਹੋਈ ਹੈ, ਖੂਨ ਵੀ ਆਉਣ ਲੱਗਿਆ, ਇਹਦਾ ਮਤਲਬ ਜਾਂ ਤਾਂ ਡਿਪੈਂਡ ਕਰਦਾ ਆ ਪੱਥਰੀ ਕਿੱਦਾਂ ਦੇ ਸਾਈਜ਼ ਦੀ ਹੈਗੀ ਆ। ਜੇ ਭਾਵੇਂ ਮੰਨ ਲਓ ਨਲਕੀ 'ਚ ਪੱਥਰੀ ਫਸੀ ਹੋਈ ਹੈ ਤਾਂ ਹੀ ਖੂਨ ਆ ਰਿਹਾ ਹੈ, ਪਸ ਵੀ ਆਉਣ ਲੱਗੀ ਆ। ਜੇ ਛੋਟੀ ਮੋਟੀ ਹੈ, ਦਵਾਈ ਨਾਲ ਨਿਕਲ ਜਾਂਦਾ ਆ, ਦਵਾਈ ਨਾਲ ਅਸੀਂ ਦੇ ਸਕਦੇ ਹਾਂ। ਪਰ ਜੇ ਵੱਡੀ ਹੈ, ਉਹਨੂੰ ਸੀਰੀਅਸਲੀ ਮੰਨ ਕੇ ਨਿਕਲਵਾ ਲੈਣਾ ਚਾਹੀਦਾ ਆ। ਆਖਿਰ ਬੰਦਾ ਮੰਨ ਲਓ ਨਿਕਲਵਾਉਣ ਦੀ ਲੋੜ ਹੀ ਪੈ ਰਹੀ ਹੈ, ਡਰਨਾ ਉੱਥੇ ਹੁੰਦਾ ਵੀ ਮੈਨੂੰ ਚੀਰਾ ਲੱਗਣਾ ਹੈ, ਟਾਂਕੇ ਲੱਗਣੇ, ਇਹ ਡਰਦਾ ਨਾ ਬੰਦਾ, ਮੇਰੀ ਜਾਨ ਨੂੰ ਖਤਰਾ ਹੈ। ਇਹਦਾ ਦੀ ਕੋਈ ਕਹਾਣੀ ਨਹੀਂ। ਹੁਣ ਤਾਂ ਲੇਜ਼ਰ ਦਾ ਜ਼ਮਾਨਾ ਆ, ਪਿਸ਼ਾਬ ਦੇ ਰਸਤੇ ਹੀ ਸਾਰੀ ਪੱਥਰੀਆਂ ਨਿਕਲ ਜਾਂਦੀਆਂ। ਜੋ ਰੱਬ ਨੇ ਸਾਨੂੰ ਰਸਤਾ ਦਿੱਤਾ ਹੈ, ਟ੍ਰੈਕ ਦਿੱਤੀ, ਉਹਦੇ ਰਸਤੇ ਅਸੀਂ ਜਾਣਾ ਆ। ਜੇ ਕੋਈ ਵੱਡੀ ਪੱਥਰੀ ਗੁਰਦੇ 'ਚ ਅਸੀਂ ਉੱਪਰੋਂ ਜਾਣਾ ਆ, ਮੈਂ ਕਿਹਾ ਇੱਕ ਉਂਗਲ ਦੇ ਤਿਨਕੇ ਵਰਗੇ ਵੀ ਸੂਈ ਦੇ ਛੇਦ ਨਾਲ ਅਸੀਂ ਸਾਰੀ ਪੱਥਰੀ ਲੇਜ਼ਰ ਨਾਲ ਨਿਕਾਲ ਲੈਂਦੇ ਆ। ਤੇ ਇਹਦੇ ਵਿੱਚ ਕੋਈ ਡਰਨ ਦੀ ਕੋਈ ਗੱਲ ਹੀ ਨਹੀਂ ਹੈ ਜੀ ਹੈ। ਲੇਕਿਨ ਜੇ ਅਸੀਂ ਆਪਣੇ ਆਪ ਤਰੀਕੇ ਕਰਦੇ ਰਹਿੰਦੇ ਆ, ਤੇ ਮੋਸਟਲੀ ਤੁਹਾਨੂੰ ਇੱਕ ਬੜੀ ਗੱਲ ਦੱਸਾਂ, ਇਦਾਂ ਦੇ ਹੀ ਪੇਸ਼ੈਂਟ ਹੈਗੇ, ਛੋਟੀ ਪੱਥਰੀ ਹੈ, ਨਲਕੀ 'ਚ ਫਸੀ ਹੋਈ ਹੈ, ਸਾਲ ਹੋ ਗਏ, ਉਹ ਗੁਰਦੇ ਡੈਮੇਜ ਹੋ ਗਏ ਜੀ। ਡੈਮੇਜ ਹੋ ਗਏ, ਹਾਂਜੀ, ਉਹਨਾਂ ਨੇ ਇਲਾਜ ਨਹੀਂ ਕਰਾਇਆ। ਤੇ ਨਾਲ ਲੋਕੀ ਜਿਸ ਜੀ ਇਹਨਾਂ ਨੇ ਕਿਹਾ, ਜੋਗੀ ਸਾਹਿਬ ਨੇ ਕਿਹਾ ਕਿ ਲੋਕੀ ਕੀ ਕਰਦੇ ਆ ਕਿ ਜੀ ਆਪਣੇ ਇਲਾਜ ਨੇ ਲੱਗ ਜਾਂਦੇ। ਤੇ ਸਾਡੇ ਇਲਾਕੇ 'ਚ ਇੱਕ ਬੜੀ ਫੇਮਸ ਗੱਲ ਆ, ਕਹਿੰਦੇ ਸੋਡਾ ਪੀ ਲਓ ਜੀ। ਹਾਂ, ਹੈ ਨਾ ਜੀ, ਇਹ ਵੀ ਅੱਛਾ ਇੱਕ ਗੱਲ ਇਹਦੇ ਨਾਲ ਹੋਰ ਜੋੜਨੀ ਆਪਾਂ, ਸੋਡਾ ਵੀ ਨਾਲ ਕਹਿੰਦੇ ਬੀਅਰ ਪੀ ਲਓ। ਇਹ ਖਾਸ ਗੱਲ ਹੈ, ਇਹ ਵੀ ਦੱਸੋ। ਹੁਣ ਦੋਨੋਂ ਤਰ੍ਹਾਂ ਦਾ ਦੱਸਣਾ, ਭਾਵੇਂ ਸੋਡਾ ਹੋਏ ਜਾਂ ਭਾਵੇਂ ਬੀਅਰ ਹੋਏ, ਜੇ ਤੁਸੀਂ ਰੈਗੂਲਰ ਪੀਂਦੇ ਹੋ ਤੇ ਸੋਡਾ ਹੋ ਜਾਂ ਬੀਅਰ ਹੋ, ਉਹਦੇ ਅੰਦਰ ਫਰੋਥ ਆ ਜਾਂ ਉਹਦੇ ਅੰਦਰ ਗੈਸ ਆ, ਉਹ ਤੁਹਾਨੂੰ ਸਭ ਨੂੰ ਪਤਾ ਕਾਰਬਨ ਡਾਈਆਕਸਾਈਡ ਹੁੰਦੀ ਹੈ ਜੀ। ਕਾਰਬਨ ਡਾਈਆਕਸਾਈਡ ਐਸਿਡਿਕ ਹੁੰਦੀ ਹੈ ਜੀ। ਤੇ ਤੁਸੀਂ ਰੈਗੂਲਰ ਜਦੋਂ ਵੀ ਸੋਡਾ ਪੀਓਗੇ ਜਾਂ ਰੈਗੂਲਰ ਬੀਅਰ ਪੀਓਗੇ, ਇਹ ਪੱਕੀ ਗੱਲ ਹੈ, ਸਾਇੰਟਿਫਿਕ ਪ੍ਰੂਵਨ ਹੈ, ਇਸ ਕਾਰਬਨ ਡਾਈਆਕਸਾਈਡ ਕਰਕੇ ਐਸਿਡਿਕ এনवायरमेंट ਜੋ ਅੰਦਰ ਜਾਂਦਾ ਆ ਤੇ ਐਸਿਡਿਕ ਯੂਰਿਨ ਆਉਂਦਾ ਆ, ਤੁਹਾਡੀ ਪੱਥਰੀ ਦਾ ਸਾਈਜ਼ ਭਾਵੇਂ ਜੋ ਕੱਲ 5 mm ਸੀਗਾ, ਹੁਣ 10 mm ਹੋ ਜਾਣਾ ਆ, ਹੁਣ 15 mm ਉਹਨੇ ਵੱਧ ਜਾਣਾ ਆ। ਅੱਛਾ, ਹਾਂ, ਰੋਲ ਕਿੱਥੇ ਹੁੰਦਾ ਹੈ? ਹਾਲਾਂਕਿ ਅਸੀਂ ਕਦੇ ਰეკਮੈਂਡ ਨਹੀਂ ਕਰਦੇ। ਮੰਨ ਲਓ ਕੋਈ ਛੋਟੀ ਜਿਹੀ ਪੱਥਰੀ ਨਲਕੀ ਦੇ ਐਂਡ ਤੇ ਫਸੀ ਹੋਈ ਹੈ, ਉਹ ਨਿਕਲਣ ਵਾਲੀ ਹੈ, ਤੇ ਲੋਕੀ ਇਹ ਕਰਦੇ ਕਿ ਚਲੋ ਬੀਅਰ ਪੀ ਗਈ। ਬੀਅਰ ਕਿਹਦਾ ਇੱਕ ਹੋਰ ਫੰਕਸ਼ਨ ਵੀ ਹੈਗਾ ਆ, ਉਹ ਡਾਇੂਰੇਟਿਕ ਹੈ, ਉਹ ਪਿਸ਼ਾਬ ਬਣਾਉਂਦਾ ਆ, ਉਹਦੇ ਕਰਕੇ ਪਿਸ਼ਾਬ ਜ਼ਿਆਦਾ ਬਣ ਜਾਊਗਾ ਤੇ ਉਹ ਜੋ ਪੱਥਰੀ ਫਸੀ ਉਹਨੂੰ ਧੱਕਾ ਲੱਗ ਜਾਊਗਾ। ਇਹ ਮੈਂ ਮੰਨ ਸਕਦਾ ਕਿ ਛੋਟੀ ਮੋਟੀ ਹੋਏ ਤਾਂ ਕਰ ਸਕਦੇ ਹੋ, ਇੱਕ ਅੱਧੀ ਬਾਰ ਜੇ ਫਸੀ ਹੋਈ ਹੈ, ਉਹ ਫਿਰ ਕੱਲੇ ਬੀਅਰ ਨਾਲ ਨਹੀਂ ਹੋਣੀ। ਪਹਿਲੀ ਗੱਲ ਤਾਂ ਇਹ ਹੈ, ਉਹ ਤੁਸੀਂ ਪਾਣੀ ਪੀ ਸਕਦੇ ਹੋ ਜੀ, ਨਿੰਬੂ ਪਾਣੀ ਪੀ ਸਕਦੇ ਹੋ, ਤੁਸੀਂ ਵਧੀਆ ਚੀਜ਼ ਕਾਤੇ। ਅਸੀਂ ਸਾਨੂੰ ਕੋਲਡ ਡਰਿੰਕਾਂ ਦੇ ਉੱਪਰ ਆਣਾ ਕਿਉਂ ਆਣਾ, ਕਿਉਂ ਬੀਅਰ ਦੇ ਉੱਪਰ ਆਣਾ, ਕਿਉਂ ਸਾਨੂੰ ਸੋਡੇ ਦੇ ਉੱਪਰ ਆਣਾ? ਤੁਸੀਂ ਆਪਣੇ ਆਪ ਹੀ ਪਾਣੀ ਲਿਕਵਿਡ ਲਓ, ਉਹਨੇ ਵੈਸੇ ਵੀ ਨਿਕਲ ਜਾਣਾ ਆ। ਤਾਂ ਇਸ ਕਰਕੇ ਜੋ ਇਹ ਪ੍ਰਚਲਨ ਹੈ ਬੀਅਰ ਪੀ ਕੇ, ਇਹ ਪੀ ਕੇ, ਜੇ ਰੈਗੂਲਰ ਤੁਸੀਂ ਕਰੋਗੇ ਕੰਮ, ਤੁਸੀਂ ਆਪਣਾ ਸਾਈਜ਼ ਦੇਖ ਲਓ, ਪੱਥਰੀ ਸਾਈਜ਼ ਵੱਧ ਜਾਣਾ ਆ। ਤੇ ਸਾਨੂੰ ਕਿਸੇ ਵੀ ਇਸ ਤਰ੍ਹਾਂ ਦੀ
ਗਲਤ ਪ੍ਰਚਾਰ ਦੇ ਵਿੱਚ ਜਾਂ ਕੋਈ ਆਮ ਜੋ ਧਾਰਨਾਵਾਂ ਚੱਲ ਰਹੀਆਂ, ਥੋੜਾ ਜਿਹਾ ਉਹਨੂੰ ਹਟ ਕੇ ਥੋੜਾ ਸਾਇੰਟੀਫਿਕ ਹੋਣਾ ਪੈਣਾ ਆ, ਤਾਂ ਹੀ ਸਾਡੇ ਗੁਰਦੇ ਬਚਣੇ। ਬਿਲਕੁਲ ਜੀ, ਜੇਕਰ ਅਸੀਂ ਆਪਣੀ ਸੋਚ ਵਿਗਿਆਨਿਕ ਰੱਖਾਂਗੇ ਹਾਂਜੀ ਔਰ ਡਾਕਟਰਾਂ ਦੇ ਉੱਪਰ ਯਕੀਨ ਰੱਖਾਂਗੇ, ਬਿਲਕੁਲ ਜੀ, ਬਿਲਕੁਲ। ਤੇ ਜਿਹੜੇ ਗੁਰਦੇ ਆ ਜਿਨ੍ਹਾਂ ਨੂੰ ਜਿਹੜੀ ਕੀਮਤ ਜੇਕਰ ਅਸੀਂ ਟ੍ਰਾਂਸਪਲਾਂਟ ਕਰਾਉਣਾ ਹੋਵੇ, ਬੰਦਾ ਸੋਚ ਨਹੀਂ ਸਕਦਾ। ਅੱਛਾ, ਗੱਲਾਂ ਇੱਥੇ ਟ੍ਰਾਂਸਪਲਾਂਟ ਜਦੋਂ ਕਰਾਉਣ ਦੀ ਸੋਚਦੇ, ਇਕੱਲੇ ਲੱਖਾਂ ਰੁਪਏ ਦੀ ਗੱਲ ਵੀ ਨਹੀਂ ਹੈਗੀ ਆ ਜੀ। ਅਸੀਂ ਹਿੰਦੁਸਤਾਨ 'ਚ ਕੁਝ ਲਾਅ ਬਣੇ ਹੋਏ ਆ, ਕੁਝ ਨਿਯਮ ਬਣੇ ਹੋਏ, ਉਹ ਸਾਨੂੰ ਫੋਲੋ ਕਰਨੇ ਪੈਂਦੇ ਆ। ਉਹਦੇ ਵਿੱਚ ਵੀ ਤੁਸੀਂ ਇਕੱਲੇ ਕਿਸੇ ਦਾ ਵੀ ਗੁਰਦਾ ਨਹੀਂ ਲੈ ਸਕਦੇ ਜੀ। ਤੁਹਾਡੇ ਰਿਸ਼ਤੇਦਾਰਾਂ ਚਾਹੀਦਾ ਹੁੰਦਾ ਆ, ਉਹ ਵੀ ਨਹੀਂ ਪ੍ਰੋਬਲਮ ਆਉਂਦੀ। ਫਿਰ ਤੁਹਾਨੂੰ ਆਪਣੇ ਭਰਾ ਦੇ ਕੋਲ ਜਾਂ ਭੈਣ ਦੇ ਕੋਲ ਜਾਣਾ ਪੈਣਾ, ਉਹਨੇ ਗੁਰਦਾ ਦੇਣਾ ਨਹੀਂ ਦੇਣਾ, 100 ਗੱਲਾਂ ਇਦਾਂ ਦੀ ਹੁੰਦੀਆਂ। ਬਹੁਤ ਸਾਰੀ ਪਰਮਿਸ਼ਨਸ ਹੁੰਦੀਆਂ ਜੀ। ਜੇ ਰੱਬ ਨੇ ਸਾਨੂੰ ਕੋਈ ਚੀਜ਼ ਦਿੱਤੀ ਹੈ, ਗੁਰਦਾ ਉਹਨੂੰ ਸਾਂਭ ਕੇ ਰੱਖੋ। ਸ਼ੂਗਰ ਬੀਪੀ ਕਰਕੇ ਜੇ ਨਹੀਂ ਕੰਟਰੋਲ ਕੀਤਾ, ਗੁਰਦੇ ਖਰਾਬ ਹੋ ਗਏ ਤਾਂ ਠੀਕ ਹੈ, ਉਹ ਤਾਂ ਚਲ ਟ੍ਰਾਂਸਪਲਾਂਟ ਦੇ ਉੱਪਰ ਆਉਣਾ ਪੈਂਦਾ ਹੈ। ਪੱਥਰੀ ਕਰਕੇ ਜਦੋਂ ਗੁਰਦੇ ਖਰਾਬ ਹੁੰਦੇ, ਸਭ ਤੋਂ ਦੁੱਖ ਤੁਹਾਨੂੰ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਇਦਾਂ ਦੀ ਚੀਜ਼ ਹੈ ਕਿ ਅਸੀਂ ਪੱਥਰੀ ਨਿਕਾਲ ਕੇ ਉਹਦੇ ਗੁਰਦੇ ਫੰਕਸ਼ਨ ਦੁਬਾਰਾ ਵਾਪਸ ਆ ਸਕਦਾ ਆ। ਤੇ ਕਾਤੇ ਸਾਨੂੰ ਇਹਦੀ ਕੰਪਲਿਕੇਸ਼ਨ 'ਚ ਜਾਣਾ ਆ, ਐਸੀ ਚੀਜ਼ में क्यों जाना जिथे ਅਸੀਂ ਰੱਬ ਨੇ ਸਾਨੂੰ ਗੁਰਦੇ ਦਿੱਤੇ, ਖਰਾਬ ਕਿਉਂ ਕਰਾਣੇ ਅਸੀਂ ਜੀ। ਅੱਛਾ ਡਾਕਟਰ ਸਾਹਿਬ, ਮੰਨ ਲਓ ਜੇਕਰ ਪੱਥਰੀ ਗੁਰਦੇ ਦੇ ਵਿੱਚੋਂ ਤੁਰੀ ਆ, ਦਰਦ ਉਦੋਂ ਹੀ ਸ਼ੁਰੂ ਹੋਣਾ। ਹਾਂਜੀ। ਜੇਕਰ ਉਹ ਉੱਥੇ ਪਈ ਰਹਿੰਦੀ ਆ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਨਾ ਸਾਡੇ ਦਰਦ ਹੋਈ, ਨਾ ਕੁਝ ਹੋਰ ਹੋਇਆ, ਤੇ ਉਹ ਵੀ ਖਤਰਨਾਕ ਆ। ਬਿਲਕੁਲ ਖਤਰਨਾਕ ਹੈ ਜੀ। ਦੇਖੋ ਇਦਾਂ ਹੈ ਜੀ, ਜਦੋਂ ਇਦਾਂ ਦੇ ਪੱਥਰ ਹੁੰਦੇ, ਜਦੋਂ ਗੁਰਦੇ 'ਚ ਹੁੰਦੇ ਆ, ਜਿੱਦਾਂ ਜੋਗੀ ਸਾਹਿਬ ਨੇ ਕਿਹਾ ਕਿ ਨਲਕੀ 'ਚ ਨਹੀਂ ਤੁਰੀ, ਗੁਰਦੇ 'ਚ ਰਹਿ ਗਈ, ਦਰਦ ਵੀ ਨਹੀਂ ਹੋਇਆ ਪੇਸ਼ੈਂਟ ਨੂੰ। ਇਦਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਜਦੋਂ ਇਹ ਪੱਥਰੀ ਫਿਰ ਬਹੁਤ ਵੱਡੀ ਹੋ ਜਾਂਦੀ ਆ, ਪੱਥਰੀ ਨੇ ਬਹੁਤ ਵੱਡੇ ਹੋ ਜਾਣਾ ਆ, ਉਹ ਰਾਸਤਾ ਪਿਸ਼ਾਬ ਦਾ ਨੂੰ ਮਿਲਦਾ ਰਹਿੰਦਾ ਹੈ ਜੀ, ਯੂਰੀਟਰ 'ਚ ਨਲਕੀ 'ਚ ਆਉਣ ਨੂੰ ਮਿਲਦਾ ਰਹਿੰਦਾ, ਪੱਥਰੀ ਬਹੁਤ ਵੱਡੀ ਹੋ ਜਾਂਦੀ ਆ। ਇਹਦੇ ਕਰਕੇ ਇਦਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਇਹਨਾਂ ਨੂੰ ਬਹੁਤ ਤਕੜਾ ਅਟੈਕ ਦਰਦ ਨਹੀਂ ਆਉਂਦਾ, ਇਹ ਕਹਿੰਦੇ ਭਾਰਾ ਲੱਗਦਾ ਜੀ ਇਹਨਾਂ ਨੂੰ। ਇਹ ਗੁਰਦੇ ਦੀ ਜਿੰਨੀ ਸ਼ੇਪ ਹੈ ਜੀ, ਸਾਰੀ ਦੀ ਸਾਰੀ ਇਹ ਸਾਰੀ ਪੱਥਰਾਂ ਨਾਲ ਭਰ ਜਾਂਦੀ। ਇਹਦਾ ਦੇ ਪੱਥਰ ਹੁੰਦੇ ਸਟੈਗ ਹੋਰਨ ਕੈਲਕੂਲਸ ਕਹਿੰਦੇ ਆ ਜੀ। ਇਹਨਾਂ ਦੇ 12 ਸਿੰਘਾਂ ਦੇ ਜੇ ਸਿੰਘ ਹੁੰਦੇ, ਉਹਦਾ ਤਾਂ ਪੱਥਰ ਬਣ ਜਾਂਦਾ ਹੈ ਜੀ। ਇਦਾਂ ਦੇ ਕੇਸ ਨੂੰ ਫਿਰ ਜੇ ਅਸੀਂ ਨਹੀਂ ਕੱਢਾਂਗੇ ਤੇ ਇੱਕ ਤਾਂ ਇਨਫੈਕਸ਼ਨ ਦੇ ਚਾਂਸ ਹੈਗੇ ਤੇ ਗੁਰਦੇ ਨੇ ਅਲਟੀਮੇਟਲੀ ਤਬਾਹ ਹੋਣਾ ਜੀ। ਛੇਤੀ ਨਹੀਂ ਹੋਣਾ, ਲੇਟ ਹੋ ਜਾਣਾ ਆ, ਤੇ ਗੁਰਦੇ ਨੂੰ ਬਚਾਉਣਾ ਪੈਂਦਾ ਹੈ। ਇਦਾਂ ਦੇ ਫਿਰ ਕੇਸਿਸ ਦਾ ਦਵਾਈ ਨਾਲ ਕੋਈ ਉਪਚਾਰ ਨਹੀਂ। ਇਦਾਂ ਦੇ ਕੇਸਿਸ ਨੂੰ ਤਾਂ ਫਿਰ ਲੇਜ਼ਰ ਦੀ ਟੈਕਨੀਕ ਨਾਲ, ਕੱਲੇ ਮਾੜੇ ਜਿਹੇ ਨਿੱਕੇ ਜਿਹੇ ਛੇਦ ਦੇ ਨਾਲ ਸਾਰੀ ਪੱਥਰੀ ਨੂੰ ਨਿਕਾਲਣਾ ਹੀ ਪੈਂਦਾ ਹੈ ਜੀ। ਤੁਸੀਂ ਇਸ ਵੇਲੇ ਹੁਣ ਨਵਾਂ ਸ਼ਹਿਰ ਦੇ ਵਿੱਚ ਬੈਠੇ ਹੋ, ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਕਹਿੰਦੇ ਆ, ਬੜਾ ਵਧੀਆ ਤੁਹਾਡਾ ਇੱਥੇ ਏਵਨ ਹਸਪੀਟਲ ਹੈਗਾ। ਜੇਕਰ ਅਸੀਂ, ਕਿਉਂਕਿ ਤੁਸੀਂ ਬਹੁਤ ਵੱਖੋ ਵੱਖਰੇ ਥਾਵਾਂ ਤੇ ਸੇਵਾਵਾਂ ਦਿੱਤੀਆਂ ਹੋਈਆਂ, ਤੁਸੀਂ ਇਸ ਚੀਜ਼ ਦੇ ਮਾਹਰ ਹੋ। ਆਮ ਤੌਰ ਤੇ ਸਾਨੂੰ ਲੋਕ ਕਹਿੰਦੇ ਟਮਾਟਰ ਨਾ ਖਾਵੀਂ, ਬਤਾਊ ਨਾ ਖਾਵੀਂ, ਤੂੰ ਮਾਹਾਂ ਦੀ ਦਾਲ ਨਾ ਖਾ ਲਈ, ਕੋਈ ਬਾਏ ਚੀਜ਼ਾਂ ਨਾ ਖਾ ਲਈ, ਅਮਰੂਦ ਨਾ ਖਾ ਲਈ, ਸਲਾਦ ਨਾ ਖਾ ਲਈ, ਚੁਕੰਦਰ ਨਾ ਖਾ ਲਈ, ਪੱਥਰੀ ਇਹਦੇ ਨਾਲ ਹੋ ਜਾਣੀ, ਪਿਆਜ਼ ਨਾ ਖਾ ਲਈ। ਇਹ ਹੈਗੀਆਂ ਗੱਲਾਂ। ਦੇਖੋ, ਇਹਨੂੰ ਜੇ ਅਸੀਂ ਗੱਲਾਂ ਤੇ ਇੱਕ ਤੇ ਦੋ ਬਣ ਜਾਂਦੀਆਂ, ਬਹੁਤ ਸਾਰੀ ਚੀਜ਼ਾਂ ਹੋ ਗਈਆਂ, ਪਰ ਜੇ ਇਹਨੂੰ ਸਾਇੰਟੀਫਿਕ ਨਜ਼ਰ ਤੋਂ ਦੇਖੀਏ ਤੇ ਅਸੀਂ ਮੰਨਦੇ ਹਾਂ ਕਿ ਮੋਸਟਲੀ ਸਟੋਨ ਜੋ ਹੁੰਦੇ ਸਾਡੇ ਕੈਲਸ਼ੀਅਮ ਆਕਸੀਲੇਟ ਕਰਕੇ ਹੁੰਦੇ ਆ ਜਾਂ ਫਿਰ ਯੂਰਿਕ ਐਸਿਡ ਕਰਕੇ ਹੁੰਦੇ ਆ। ਤੇ ਸਾਨੂੰ ਇਹ ਦੇਖਣਾ ਹੈ ਵੀ ਕਿਹਦੇ ਵਿੱਚ ਕੰਟੈਂਟ ਦੇ ਵਿੱਚ ਆਕਸੀਲੇਟ ਜ਼ਿਆਦਾ ਆ। ਜਿੱਦਾਂ ਅਸੀਂ ਕਿਹਾ ਪਿਆਜ਼, ਅਸੀਂ ਕਿਹਾ ਆਪਣੀ ਕਿਹਾ ਟਮਾਟਰ, ਪਾਲਕ, ਇਹ ਇਦਾਂ ਦੀ ਚੀਜ਼ਾਂ ਹੁੰਦੀ ਹੈ ਜਿਹਦੇ ਵਿੱਚ ਆਕਸੀਲੇਟ ਜ਼ਿਆਦਾ ਹੁੰਦੇ ਆ। ਡੈਫੀਨਿਟਲੀ ਇਹਨੂੰ ਕੱਚਾ ਤੁਸੀਂ ਖਾਓਗੇ, ਡੇਲੀ ਸਲਾਦ 'ਚ ਖਾਓਗੇ, ਜਿਹਨਾਂ ਨੂੰ ਪੱਥਰੀਆਂ ਹੋ ਚੁੱਕੀਆਂ ਹੈ ਉਹਨੂੰ ਪੱਥਰੀਆਂ ਬਣਨ ਦੇ ਚਾਂਸੇ ਜ਼ਿਆਦਾ ਹੋ ਜੂਗੇ ਜੀ। ਇਹਦਾ ਚੀਜ਼ ਬਚਣਾ ਚਾਹੀਦਾ ਆ। ਪਰ ਸਾਰੀ ਚੀਜ਼ਾਂ ਨਹੀਂ, ਹਰ ਚੀਜ਼ ਨੂੰ ਨਹੀਂ ਜੋੜ ਸਕਦੇ, ਹਰ ਚੀਜ਼ ਦੇ ਨਾਲ ਵੀ ਨਹੀਂ ਕਰ ਸਕਦੇ ਕਿ ਇਹਦੇ ਨਾਲ ਵੀ ਹੁੰਦਾ, ਇਹਦੇ ਨਾਲ ਵੀ ਹੁੰਦਾ। ਕੁਝ ਸਪੈਸੀਫਿਕ ਚੀਜ਼ਾਂ ਹੁੰਦੀਆਂ, ਇੱਕ ਡਾਈਟਰੀ ਪੂਰਾ ਪਲਾਨ ਹੁੰਦਾ ਹੈ ਸਾਡਾ। ਜਿੱਦਾਂ ਥੋੜਾ ਛੋਟਾ ਜਿਹਾ ਐਗਜ਼ਾਮਪਲ ਦਊਂ, ਜੇ ਤੁਸੀਂ ਕਾਜੂ ਡੇਲੀ ਬਹੁਤ ਜ਼ਿਆਦਾ ਖਾਂਦੇ ਆ ਤੇ ਪੱਥਰੀ ਬਣਨ ਦੇ ਚਾਂਸ ਜ਼ਿਆਦਾ ਆ, ਪਰ ਜੇ ਤੁਸੀਂ ਬਦਾਮ ਖਾਂਦੇ ਆ ਤੇ ਪੱਥਰੀ ਬਣਨ ਦੇ ਚਾਂਸ ਘੱਟ ਆ। ਦੇਖੋ, ਸਾਡੇ ਲੋਕਾਂ ਨੂੰ ਨਹੀਂ ਪਤਾ ਇਹ ਗੱਲ। ਇਹ ਇੱਕ ਬਹੁਤ ਵਧੀਆ ਤੇ ਨਵੀਂ ਗੱਲ ਆ ਕਿ ਜੇਕਰ ਆਪਾਂ ਕਾਜੂ ਡੇਲੀ ਖਾਂਦੇ ਆ, ਪੱਥਰੀ ਚਾਂਸਸ ਵੱਧਦੇ ਆ ਤੇ ਵੱਧਦੇ ਆ, ਤੇ ਬਦਾਮ ਨਾਲ ਚਾਂਸਸ ਘਟਦੇ ਆ। ਕੀ ਬਾਤ ਹੈ। ਲਓ ਵੀ ਬਦਾਮ ਖਾਣੇ ਸ਼ੁਰੂ ਕਰ ਦਿਓ। ਇਹ ਐਵੇਂ ਨਾ ਵੀਰਾ ਪੂਰੇ ਚੱਕਰ ਦੇ ਵਿੱਚ ਪਿਓ। ਇੱਕ ਗੱਲ ਵੱਖਰੀ ਹੈ, ਚਾਹੇ ਤੁਸੀਂ ਜੋ ਵੀ ਜਿੰਨਾ ਵੀ ਤੁਸੀਂ ਖਾਓ ਪੀਓ, ਜੋ ਵੀ ਕਰੋ, ਇੱਕ ਗੱਲ ਧਿਆਨ ਰੱਖੋ, ਜੋ ਅੱਜ ਕੱਲ ਅਸੀਂ ਸਾਡਾ ਸਭ ਤੋਂ ਬੜਾ ਚੇਂਜ ਆ ਚੁੱਕਿਆ ਹੈ। ਸਾਰੇ ਲੋਕ ਏਸੀ ਕਮਰੇ 'ਚ ਬਹਿੰਦੇ ਆ ਜੀ ਅੱਜ ਕੱਲ੍ਹ, ਤੇ ਲਿਕੁਇਡ ਇਨਟੇਕ ਦਾ ਕੰਟੈਂਟ ਘੱਟ ਹੋ ਚੁੱਕਿਆ। ਅਸੀਂ ਪੀ ਘੱਟ ਰਹੇ ਹਾਂ, ਖਾ ਬਹੁਤ ਰਹੇ ਹਾਂ, ਪੀ ਘੱਟ ਰਹੇ ਹਾਂ ਕਿਉਂਕਿ ਏਸੀ ਚੱਲਦੇ ਆ, ਪਸੀਨੇ ਆਉਂਦੇ ਨਹੀਂ। ਜੀ ਪਲੀਜ਼ ਆਪਣੇ ਅਮਾਊਂਟ ਨੂੰ ਵਧਾਓ। ਜੇ ਕਿਤੇ ਨਾਰਮਲ ਕਿੰਨਾ ਨਾਰਮਲੀ ਅਸੀਂ ਕਹਿੰਦੇ ਆ ਲੋਕਾਂ ਨੂੰ ਲਗਭਗ 2-2.5 ਲੀਟਰ ਰੋਜ਼ ਲਗਭਗ ਲਿਕੁਇਡਸ ਲੈਣੇ ਚਾਹੀਦੇ ਆ, ਜਿਹਦੇ ਵਿੱਚ ਜੂਸ ਵੀ ਕਹਿ ਲਓ, ਪਾਣੀ ਵੀ ਕਹਿ ਲਓ, ਹੈ ਨਾ। ਜੇ ਦਾਲ ਹੋ ਗਈ ਉਹ ਵੀ ਲਿਕੁਇਡ ਆ, ਲੇਕਿਨ ਜਿਹਨਾਂ ਨੂੰ ਪੱਥਰੀ ਹੋ ਚੁੱਕੀ ਹੁਣ ਉਹ ਲਗਭਗ 3-3.5 ਲੀਟਰ ਤੱਕ ਉਹਨਾਂ ਨੂੰ ਲਿਕੁਇਡ ਰੋਜ਼ ਦੇ ਲੈਣੇ ਚਾਹੀਦੇ ਆ। ਤੁਸੀਂ ਦੱਸੋ ਅੱਜ ਕੱਲ ਏਸੀ ਇਨਵਾਇਰਨਮੈਂਟ ਕੋਲ ਲੈਂਦਾ ਇਹਨੇ? ਨਹੀਂ ਲੈਂਦਾ। ਇਹੀ ਕਾਰਨ ਹੈ ਸਾਡੇ ਪੱਥਰੀਆਂ ਬਣਨ ਦਾ ਜੀ। ਅੱਛਾ ਡਾਕਟਰ ਸਾਹਿਬ, ਹੁਣ ਇਹ ਵੀ ਗੱਲ ਕਰ ਲਈਏ ਨਾਲ ਹੀ ਕਿ ਜਦੋਂ ਇੱਕ ਵਾਰੀ ਪੱਥਰੀ ਬਣ ਗਈ, ਮੰਨ ਲਓ ਉਹ ਚਾਹੇ ਆਪਣੇ ਆਪ ਵਾਸ਼ ਆਊਟ ਹੋ ਗਈ ਜਾਂ ਤੁਹਾਡੇ ਕੋਲ ਕੋਈ ਮਰੀਜ਼ ਆ ਗਿਆ, ਤੁਸੀਂ ਉਹਦਾ ਟ੍ਰੀਟਮੈਂਟ ਕੀਤਾ, ਉਹ ਸਹੀ ਹੋ ਗਿਆ ਬੰਦਾ। ਬਿਲਕੁਲ ਜੀ, ਬਿਲਕੁਲ। ਪਰ ਬਣਦੀਆਂ ਫੇਰ ਰਹਿੰਦੀਆਂ। ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਇਹਦੇ ਵਿੱਚ ਇੱਥੇ ਕਿੱਥੇ ਗਲਤੀ ਹੈ? ਹਾਂ, ਇਹਦੀ ਗਲਤੀ ਮੈਂ ਦੱਸਦਾ ਕੀ ਹੈ। ਦੇਖੋ ਇਹ ਗੱਲ ਇਦਾਂ ਆ, ਉਹ ਗੁਰਦੇ 'ਚ ਪੱਥਰੀ ਆ,
ਅਸੀਂ ਤਾਂ ਪੱਥਰੀ ਨਿਕਾਲੀ ਆ, ਗੁਰਦਾ ਤਾਂ ਉਹਦੇ ਕੋਲ ਹੀ ਆ। ਉਹ ਫੈਕਟਰ ਚਾਹੇ ਭਾਵੇਂ ਉਹਦੇ ਜੈਨੇਟਿਕ ਫੈਕਟਰਸ ਹੋਣ ਜਾਂ ਉਹਦੀ ਡਾਈਟਰੀ ਜੋ ਕੰਡੀਸ਼ਨ ਸੀਗੀ, ਜਿੱਦਾਂ ਉਹ ਖਾਣ ਦਾ ਪੀਂਦਾ ਸੀਗਾ, ਉਹ ਸੇਮ ਦਾ ਸੇਮ ਚੱਲਦਾ ਹੈ ਉਹਦਾ, ਤੇ ਉਹ ਕੰਟੀਨਿਊ ਰੱਖੂਗਾ ਤੇ ਪੱਥਰੀ ਬਣਨ ਦੇ ਚਾਂਸਸ ਡੈਫੀਨਿਟਲੀ ਹੁੰਦੇ ਹੀ ਆ। ਤੇ ਸਾਡੀ ਸਟੱਡੀਜ਼ ਕਹਿੰਦੀ ਹੈ ਇੱਕ ਵਾਰ ਜਿਹਨੂੰ ਪੱਥਰੀ ਬਣ ਜੇ ਤੇ ਜਦੋਂ ਅਸੀਂ ਪੱਥਰੀ ਨਿਕਾਲ ਦਿੰਦੇ ਆ, ਅਗਲੇ 5 ਸਾਲ ਦੇ ਵਿੱਚ ਉਹਨੂੰ 50% ਚਾਂਸ ਹੁੰਦੇ ਆ ਦੁਬਾਰਾ ਪੱਥਰੀ ਹੋਣ ਦੇ। ਇਹ ਬੜੀ ਇੰਪੋਰਟੈਂਟ ਗੱਲ ਆ। ਇਸ ਕਰਕੇ ਜਦ ਇੱਕ ਵਾਰ ਪੱਥਰੀ ਹੋ ਜੇ, ਡਾਕਟਰ ਨੇ ਤੁਹਾਡੀ ਪੱਥਰੀ ਨਿਕਾਲਤੀ ਆ, ਉਸ ਤੋਂ ਬਾਅਦ ਇਹ ਬੜੀ ਰਿਕੁਐਸਟ ਵੀ ਕਹਿ ਲਓ, ਇਹ ਮੰਨ ਲਓ ਕਿ ਤੁਸੀਂ ਲਿਕੁਇਡ ਕੰਟੈਂਟ ਬਹੁਤ ਵਧੀਆ ਲੈਣੇ ਆ। ਆਪਣਾ ਪੀਣ ਨੂੰ ਪਾਣੀ ਹੋ ਗਿਆ, ਨਾਰੀਅਲ ਪਾਣੀ ਹੋ ਗਿਆ, ਜਾਂ ਫਿਰ ਤੁਹਾਡੇ ਜਾਂ ਜੂਸਿਸ ਹੋ ਗਏ, ਜਿੰਨੇ ਵੀ ਹੈਗੇ ਤੁਸੀਂ ਲੈ ਸਕਦੇ ਹੋ, ਉਹ ਲਿਕੁਇਡ ਆਪਣਾ ਕੰਟੈਂਟ ਵਧੀਆ ਰੱਖੋ ਤਾਂ ਕਿ ਪੱਥਰੀ ਦੁਬਾਰਾ ਨਾ ਹੋਵੇ। ਜੇ ਕੋਈ ਜੈਨੇਟਿਕ ਫੈਕਟਰ ਹੈਗਾ ਜਾਂ ਮੰਨ ਲਓ ਯੂਰਿਕ ਐਸਿਡ ਵੱਧਦਾ ਆ ਉਹਦਾ, ਜਾਂ ਕੋਈ ਹੋਰ ਫੈਕਟਰ ਹੈਗਾ, ਉਹਨੂੰ ਵੀ ਕੰਟਰੋਲ ਰੱਖੋ ਜੀ। ਕਿਉਂਕਿ ਇਹ ਇੱਕ ਬੜੀ ਫਿਕਰ ਵਾਲੀ ਵੀ ਗੱਲ ਹੈ ਕਿ 5 ਸਾਲ ਤੱਕ ਸਾਨੂੰ ਦੁਬਾਰਾ 50% ਬਹੁਤ ਬੜਾ ਨੰਬਰ ਹੈ ਜੀ। 100 ਦੇ ਵਿੱਚ 50 ਬੰਦੇ ਨੂੰ ਦੁਬਾਰਾ ਹੋ ਜਾਊਗਾ। ਔਰ ਕਈ ਵਾਰ ਆਪਣੇ ਆਪੇ ਪੱਥਰੀਆਂ ਬਣਦੀਆਂ ਰਹਿੰਦੀਆਂ। ਔਰ ਅਸੀਂ ਦੇਖਿਆ ਹੈ ਮੋਸਟਲੀ ਜੋ ਪ੍ਰੈਕਟੀਕਲੀ ਦੇਖਿਆ ਹੈ, ਸਪੈਸ਼ਲੀ ਜਿਹਨਾਂ ਦਾ ਯੂਰਿਕ ਐਸਿਡ ਵਧਿਆ ਹੁੰਦਾ ਹੈ ਜੀ, ਉਹਨਾਂ ਦੇ ਜਦੋਂ ਪੱਥਰੀ ਚ ਨਿਕਾਲਦੇ ਆ 3-3 ਮਹੀਨੇ ਚ 4-4 ਮਹੀਨੇ ਚ ਪੱਥਰੀ ਦੁਬਾਰਾ ਬਣਦੀ ਹੈ ਜੀ। ਅੱਛਾ, ਹਾਂਜੀ ਬਿਲਕੁਲ। ਸਪੈਸ਼ਲੀ ਮੈਂ ਦੇਖਿਆ ਜਿਹਨਾਂ ਯੂਰਿਕ ਐਸਿਡ ਇਹਨਾਂ ਦਾ ਵਧਿਆ ਹੁੰਦਾ ਹੈ। ਅੱਛਾ, ਕਈ ਵਾਰ ਜਦੋਂ ਪੱਥਰੀ ਦੀ ਦਰਦ ਹੁੰਦੀ ਆ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਬਿਲਕੁਲ ਬਹੁਤ ਪਰੇਸ਼ਾਨੀ ਹੋ ਜਾਂਦੀ ਆ। ਇਹ ਨਾਰਮਲ, ਇਹ ਐਕਚੁਅਲੀ ਸਾਡਾ ਬਾਡੀ ਦਾ ਫਿਨੋਮੀਨਨ ਹੈ ਜੀ। ਨਾਟ ਓਨਲੀ ਕਿਡਨੀ, ਚਾਹੇ ਪਾਵੜੀ ਆਂਤੜੀ ਹੋਏ, ਜਦੋਂ ਫੁੱਲਦੀ ਹੈ ਜੀ, ਸਾਡਾ ਇੱਕ ਵੇਗਲ ਰਿਸਪੌਂਸ ਹੁੰਦਾ ਜਿਹਨੂੰ ਕਹਿੰਦੇ ਵੇਗਲ ਰਿਸਪੌਂਸ। ਉਹਦੇ ਕਰਕੇ ਸਾਡੀ ਉਲਟੀ ਆਉਂਦੀ ਹੈ। ਉਹਦੇ ਵੇਗਲ ਰਿਸਪੌਂਸ ਕਰਕੇ ਸਾਡੇ ਬ੍ਰੇਨ 'ਚ ਇੱਕ ਸੈਂਟਰ ਹੁੰਦਾ ਜੀ, ਉਹ ਐਕਟੀਵੇਟ ਹੁੰਦਾ, ਜਿਹਦੇ ਕਰਕੇ ਉਲਟੀ ਆਉਂਦੀ ਹੈ। ਜਦੋਂ ਵੀ ਨਲਕੀ 'ਚ ਕੋਈ ਪੱਥਰੀ ਫਸੂਗੀ, ਪਿਸ਼ਾਬ ਦਾ ਰਸਤਾ ਰੁਕੂਗਾ, ਇਹ ਗੁਰਦੇ ਨੇ ਜੀ ਫੁੱਲਣਾ ਆ। ਜਦੋਂ ਗੁਰਦੇ ਨੇ ਫੁੱਲਣਾ ਆ, ਉਹਨੇ ਫਿਰ ਸਾਡੇ ਬ੍ਰੇਨ ਨੂੰ ਸਿਸਟਮ ਦੇਣਾ ਆ, ਸਿਗਨਲ ਦੇਣਾ ਆ, ਉਹਦੇ ਕਾਰਨ ਜੀ ਉਲਟੀ ਆ ਜਾਂਦੀ ਹੈ, ਉਲਟੀ ਆਉਂਦੀ ਹੈ ਜੀ ਉਹਦੇ ਕਰਕੇ। ਬਿਲਕੁਲ। ਦੇਖੋ ਇਹ ਅੱਜ ਰੋਗ ਜਿਹੜਾ ਆ, ਇਹ ਸਾਡੇ ਭਾਰਤ ਵਿੱਚ ਬਹੁਤ ਜ਼ਿਆਦਾ ਫੈਲ ਗਿਆ। ਹਰ ਇੱਕ ਬੰਦਾ ਜਿਹੜਾ ਆ ਉਹਦੇ ਘਰ ਦੇ ਵਿੱਚ ਕੋਈ ਨਾ ਕੋਈ ਐਸਾ ਪੱਥਰੀ ਦਾ ਮਰੀਜ਼ ਬੈਠਾ ਹੈ। ਬਿਲਕੁਲ ਜੀ ਬਿਲਕੁਲ। ਔਰ ਹੁਣ ਜਿਹੜੀਆਂ ਇਹ ਚੀਜ਼ਾਂ ਨੇ, ਜਦੋਂ ਹੁਣ ਮੰਨ ਲਓ ਕੋਈ ਵੀ ਕਿਸੇ ਨੂੰ ਕੋਈ ਰੋਗ ਹੁੰਦਾ ਹੈ, ਆਪਾਂ ਫਟਾਫਟ ਕਹਿੰਦੇ ਕਿ ਆ ਟੈਸਟ ਕਰਾ ਲਾ, ਹਾਂਜੀ ਤੈਨੂੰ ਪਤਾ ਲੱਗ ਜਾਊਗਾ। ਬਿਲਕੁਲ। ਹੁਣ ਮੰਨ ਲਓ ਪੱਥਰੀ ਨਿਕਲ ਗਈ, ਤੁਸੀਂ ਆਪਰੇਟ ਕਰ ਲਿਆ, ਪੱਥਰੀ ਉਹ ਕੱਢ ਕੇ ਤੁਸੀਂ ਬਾਹਰ ਲੈ ਆਂਦੀ, ਕਿ ਉਹ ਜਿਹੜੀ ਪੱਥਰੀ ਆ ਉਹ ਆਪਾਂ ਚੈੱਕ ਕਰ ਸਕਦੇ ਆ ਕਿ ਇਹ ਤੋਂ ਅੱਗੇ ਨਾ ਹੋਵੇ, ਇਹਨੂੰ ਆਪਾਂ ਕੋਈ ਟੈਸਟ ਕਰ ਲਈਏ? ਬਿਲਕੁਲ। ਇਦਾਂ ਦਾ ਕੋਈ ਹੈ ਪ੍ਰੋਸੀਜਰ? ਕੋਈ ਨਹੀਂ, ਬਿਲਕੁਲ ਹੈ ਜੀ ਪ੍ਰੋਸੀਜਰ। ਦੇਖੋ ਜੀ ਇਦਾਂ ਆ ਕਿ ਪੱਥਰੀ ਨਿਕਲਣ ਤੋਂ ਬਾਅਦ ਇੱਕ ਵਾਰ ਟ੍ਰੈਂਡ ਬਣਿਆ ਸੀਗਾ। ਦੇਖੋ ਪੱਥਰੀ ਨਾ 6 ਤਰੀਕੇ ਦੀ ਹੁੰਦੀ ਹੈ ਜੀ, ਚਾਹੇ ਕੈਲਸ਼ੀਅਮ ਆਕਸਲੇਟ ਮੋਨੋਹਾਈਡਰੇਟ, ਕੈਲਸ਼ੀਅਮ ਆਕਸਲੇਟ ਡਾਈਹਾਈਡਰੇਟ, ਸਿਸਟੀਨ ਹੋ ਗਿਆ, ਬਰੂਸ਼ਾਈਟ ਸਟੋਨ ਹੋ ਗਿਆ, ਮੈਗਨੀਸ਼ੀਅਮ ਅਮੋਨੀਅਮ ਫਾਸਫੇਟ ਹੋ ਗਿਆ। 6 ਤਰ੍ਹਾਂ ਦੇ ਸਟੋਨ ਹੁੰਦੇ ਆ ਤੇ ਜਾਂਚ ਦੇ ਵਿੱਚ ਇਹੀ 6 ਤਰ੍ਹਾਂ ਦੇ ਆਊਗੀ। ਤਾਂ ਪਰ ਇੱਕ ਟ੍ਰੈਂਡ ਆ ਕਿ ਅਸੀਂ ਕੰਟੀਨਿਊਸਲੀ ਨਹੀਂ ਕਹਿੰਦੇ ਕਿ ਹਰ ਆਪਰੇਸ਼ਨ ਦੇ ਬਾਅਦ ਪੱਥਰੀ ਦੀ ਜਾਂਚ ਕਰਨੀ। ਉਹਦਾ ਰੀਜ਼ਨ ਦੱਸਦਾ ਕਿਉਂ। ਮੰਨ ਲਓ 6 ਤਰ੍ਹਾਂ ਦੀ ਜਾਂਚ ਸਾਡੇ ਕੋਲ ਆ ਜਾਂਦੀ ਹੈ, 6 ਤਰ੍ਹਾਂ ਦੇ ਪੱਥਰ ਮੰਨ ਲਓ ਪਤਾ ਲੱਗਿਆ, ਜਾਂਚ ਕਰੇ ਪਤਾ ਲੱਗਿਆ ਜੀ, ਪਰ ਮੋਸਟਲੀ 90% ਸਭ ਤੋਂ ਬਚਣ ਦਾ ਤਰੀਕਾ ਇੱਕੋ ਹੀ ਆ, ਲਿਕੁਇਡ ਜ਼ਿਆਦਾ ਪਾਣੀ ਪੀਓ। ਤੇ ਅਸੀਂ ਇੱਕ ਸਲਾਹ ਦਿੰਦੇ, ਕਈ ਪੇਸ਼ੈਂਟ ਸਾਨੂੰ ਅਸਿਸਟ ਕਰਦੇ ਸਰ ਅਸੀਂ ਜਾਂਚ ਵਾਸਤੇ ਭੇਜਣਾ, ਅਸੀਂ ਭਿਜਵਾ ਦਿੰਦੇ ਆ, ਪਰ ਅਲਟੀਮੇਟਲੀ ਉਹਦੇ ਕੋਲ ਕੋਈ ਇਦਾਂ ਦਾ ਕਾਰਨ ਨਹੀਂ ਸਾਨੂੰ ਕਦੇ ਲੱਭਣਾ ਕਿ ਹਾਂ ਯਾਰ ਇਹ ਚੀਜ਼ ਹੀ ਆਈ ਹੈ, ਬਸ ਇਹਨੂੰ ਠੀਕ ਕਰ ਲਓ, ਭਾਵੇਂ ਲਿਕੁਇਡ ਨਾ ਲਓ ਤਾਂ ਠੀਕ ਹੋ ਜੂਗੀ। ਨਹੀਂ, ਅਲਟੀਮੇਟਲੀ ਪੱਥਰੀਆਂ ਹੈਗੀਆਂ, ਸਾਨੂੰ ਲਿਕੁਇਡ ਦਾ ਅਮਾਉਂਟ बढ़ाना ਹੀ ਪੈਣਾ ਆ। ਬਾਕੀ ਹਾਂ ਜਾਂਚ ਕਰਾਣੇ ਨੂੰ ਕਰਾ ਸਕਦੇ ਆ, ਪਰ ਇਹ ਇੰਨਾ ਮੈਂਡੇਟਰੀ ਨਹੀਂ ਹੈਗਾ ਜਿੰਨਾ ਕਿ ਕੋਈ ਸਰੀਰ 'ਚ ਕੋਈ ਅੰਗ ਨਿਕਾਲਾ ਜਾਂਦਾ ਹੈ ਉਹ ਜਾਂਚ ਵਾਸਤੇ ਭੇਜਦੇ ਆ ਵੀ ਕੈਂਸਰ ਤਾਂ ਨਹੀਂ ਹੈਗਾ। ਇਹ ਇੰਨਾ ਮੈਂਡੇਟਰੀ ਨਹੀਂ ਹੈ, ਬਟ ਹਾਂ ਜਿਹਦੀ ਇੱਛਾ ਅਸੀਂ ਕਰਾ ਵੀ ਦਿੰਦੇ ਆ ਜੀ। ਅੱਛਾ, ਇੱਕ ਤਾਂ ਇਹਦੇ ਨਾਲ ਜਿਹੜੀ ਪੱਥਰੀ ਸਾਡੇ ਗੁਰਦੇ ਦੇ ਵਿੱਚ ਹੁੰਦੀ ਆ, ਇੱਕ ਤਾਂ ਜੇਕਰ ਬਹੁਤੀ ਦੇਰ ਉੱਥੇ ਪਈ ਰਵੇ ਤੇ ਉਹ ਨੁਕਸਾਨ ਕਰਦੀ ਆ, ਗੁਰਦਾ ਖਰਾਬ ਕਰਦੀ ਆ। ਤੇ ਜੇਕਰ ਕੋਈ ਸਮਾਂ ਤਾਂ ਹੋਊਗਾ ਕਿ ਥੋੜਾ ਜਿਹਾ ਸਮਾਂ ਇੱਥੇ ਰਹਿ ਜਾਵੇ ਤੇ ਅਸੀਂ ਪਰੇਸ਼ਾਨ ਨਹੀਂ ਹੋਣਾ, ਡਰਨਾ ਨਹੀਂ ਹੈਗਾ, ਡਾਕਟਰ ਸਾਹਿਬ ਦੇ ਕੋਲ ਜਾਓ, ਉੱਥੇ ਜਾ ਕੇ ਆਪਰੇਟ ਕਰਾ ਲਓ ਜਾਂ ਜਿੱਦਾਂ ਵੀ। ਬਿਲਕੁਲ। ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਆਪਣੀ ਡਿਸਕਸ਼ਨ ਦੱਸਿਆ, ਹੁਣ ਮੈਂ ਦੁਬਾਰਾ ਐਕਸਪਲੇਨ ਕਰ ਦਿੰਦਾ। ਕੋਈ ਵੀ ਪੱਥਰ ਤੁਹਾਡੇ ਗੁਰਦੇ 'ਚ ਪਿਆ ਹੈਗਾ, ਚਾਹੇ ਛੋਟਾ ਜਾਂ ਬੜਾ ਆ, ਜਦ ਤੱਕ ਇਹਨੇ ਰਸਤਾ ਨਹੀਂ ਰੋਕਿਆ, ਜਦ ਤੱਕ ਗੁਰਦਾ ਨਹੀਂ ਫੁੱਲਿਆ, ਤੁਹਾਡੇ ਕੋਲ ਟਾਈਮ ਹੈਗਾ ਆ। ਗੁਰਦੇ ਦਾ ਪਿਸ਼ਾਬ ਜੋ ਬਣ ਰਿਹਾ ਥੱਲੇ ਆ ਰਿਹਾ ਆ, ਪਰ ਜਦੋਂ ਕੋਈ ਵੀ ਪੱਥਰ ਭਾਵੇਂ 5 mm ਦਾ ਹੋਏ, 4 mm ਦਾ ਹੋਏ, ਨਲਕੀ 'ਚ ਫਸ ਗਿਆ, ਗੁਰਦਾ ਫੁੱਲਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਹੈ ਟ੍ਰੀਟਮੈਂਟ ਛੇਤੀ ਲਓ, ਚਾਹੇ ਮੈਡੀਕਲ ਜਾਂ ਸਰਜੀਕਲ ਟ੍ਰੀਟਮੈਂਟ ਲਿਓ। ਕਿਉਂਕਿ ਜੇ ਗੁਰਦਾ ਫੁੱਲਣਾ ਸ਼ੁਰੂ ਹੋ ਗਿਆ, ਜੇ ਕੰਪਲੀਟ ਬਲੋਕੇਜ ਹੋ ਗਈ, ਅਸੀਂ ਮੰਨਦੇ 1.5 ਮਹੀਨੇ ਦੇ ਅੰਦਰ ਗੁਰਦਾ ਖਤਮ ਹੋ ਜਾਣਾ ਹੈ। ਇਹ ਬਹੁਤ ਇੱਕ ਵੱਡੀ ਸੋਚਣ ਤੇ ਵਿਚਾਰਨ ਵਾਲੀ ਔਰ ਫਿਕਰ ਵਾਲੀ ਗੱਲ ਹੈ ਕਿ ਇਸ ਚੀਜ਼ ਨੂੰ ਆਪਾਂ ਲਾਈਟਲੀ ਨਾ ਲਈਏ। ਇਹ ਪੱਥਰੀ ਦੀ ਦਰਦ ਆ ਕਿ ਅਸੀਂ ਦਰਦ ਦੀ ਦਵਾਈ ਖਾ ਲਈ ਤੇ ਮੁੜ ਕੇ ਜੇ ਦੂਸਰੇ ਦਿਨ ਦਰਦ ਰੁਕ ਗਈ ਤਾਂ ਅਸੀਂ ਭੁੱਲ ਜਾਈਏ। ਜੇਕਰ ਇਹ ਦਰਦ ਹੁੰਦੀ ਹੈ ਤੇ ਚੈੱਕ ਕਰਵਾ ਕੇ, ਸਕੈਨ ਕਰਵਾ ਕੇ, ਬਕਾਇਦਾ ਕਿਸੇ ਕਾਬਲ ਡਾਕਟਰ ਦੇ ਕੋਲੋਂ ਇਹਦਾ ਇਲਾਜ ਜ਼ਰੂਰੀ ਹੈ। ਤੇ ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਕਿਡਨੀ ਨੂੰ ਜ਼ਿਆਦਾ ਅਫੈਕਟ ਕਰਦਾ ਹੈ, ਕਿ ਇਹਦੇ ਨਾਲ ਜੇਕਰ ਇਹ ਪੱਥਰੀ ਹੈ, ਕਿਡਨੀ ਦੇ ਨਾਲ ਨਾਲ ਕਿਸੇ ਹੋਰ ਆਰਗਨ ਵਾਲਾ ਵੀ ਇਹਦਾ ਜਾਂਦਾ ਹੈ? ਕੋਈ ਸਾਨੂੰ ਡਰ, ਕੋਈ ਤਕਲੀਫ, ਕੋਈ ਕਿਸੇ ਤਰ੍ਹਾਂ ਦੀ ਕੋਈ
ਹੋਰ ਕੋਈ ਪਰੇਸ਼ਾਨੀ ਆ ਸਕਦੀ ਹੈ? ਹਾਂ ਦੇਖੋ ਜੀ ਇਦਾਂ ਹੈ ਜੀ, ਜਦੋਂ ਪੱਥਰੀ ਨੇ ਫਸਣਾ ਆ, ਗੁਰਦੇ ਨੇ ਮੰਨ ਲਓ ਬਹੁਤ ਟਾਈਮ ਹੋ ਗਿਆ ਇਲਾਜ ਨਹੀਂ ਕਰਾ ਰਹੇ, ਇਨਫੈਕਸ਼ਨ ਬਣਨਾ ਸੈੱਟ ਹੋ ਗਿਆ, ਇਨਫੈਕਸ਼ਨ ਬਣਨਾ ਸ਼ੁਰੂ ਹੋ ਗਿਆ, ਗੁਰਦਾ ਫੁੱਲ ਗਿਆ, ਉਹਦੇ ਅੰਦਰ ਪਸ ਬਣਨੀ ਸ਼ੁਰੂ ਹੋ ਜਾਂਦੀ ਹੈ। ਤੇ ਚਲੋ ਇੱਕ ਖਤਰਾ ਤਾਂ ਹੈਗਾ ਹੀ ਗੁਰਦੇ ਖਰਾਬ ਹੋਣ ਦਾ, ਪਰ ਨਾਲ ਨਾਲ ਇਸ ਇਨਫੈਕਸ਼ਨ ਕਰਕੇ ਫਿਰ ਬੰਦੇ ਨੂੰ ਬੁਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ, ਜੋ ਕ੍ਰੀਏਟਿਨਿਨ ਹੋਣਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ, ਤੇ ਇਹਨੂੰ ਕਹਿੰਦੇ ਸੈਪਸਿਸ, ਸਰੀਰ 'ਚ ਇਨਫੈਕਸ਼ਨ ਵਧਣਾ। ਜਦੋਂ ਸਰੀਰ 'ਚ ਇਨਫੈਕਸ਼ਨ ਜਾਊਗਾ ਜੀ, ਫਿਰ ਸਾਰੇ ਬੋਡੀ ਆਰਗਨ 'ਚ ਫਰਕ ਪਊਗਾ ਜੀ, ਫਿਰ ਤਾਂ ਜੇ ਇਨਫੈਕਸ਼ਨ ਫੈਲ ਗਿਆ ਜੀ, ਤੇ ਉਸ ਕੰਡੀਸ਼ਨ 'ਚ ਅਸੀਂ ਸਾਨੂੰ ਆਣੇ ਦੇਣਾ ਹੀ ਨਹੀਂ ਚਾਹੀਦਾ। ਕਿਉਂ ਆਉਣ ਦੇਣਾ ਹੈ? ਬੁਖਾਰ ਆ ਗਿਆ, ਬੁਖਾਰ ਆਉਣ ਤੋਂ ਨਾਲ ਫਿਰ ਪਿਸ਼ਾਬ 'ਚ ਜਲਣ ਹੋਣੀ ਸ਼ੁਰੂ ਹੋ ਗਈ, ਖੂਨ ਆਉਣਾ ਸ਼ੁਰੂ ਹੋ ਗਿਆ, ਹੁਣ ਤੁਹਾਡੀ ਪਲਸ ਵੀ ਵਧਣੀ ਸ਼ੁਰੂ ਹੋ ਗਈ, ਬੀਪੀ ਡਾਊਨ ਹੋਣਾ ਸ਼ੁਰੂ ਹੋ ਗਿਆ, ਸੀਵੀਅਰ ਸੈਪਸਿਸ 'ਚ ਆ ਗਿਆ। ਉਹ ਕੰਡੀਸ਼ਨ 'ਚ ਆਉਣ ਤੋਂ ਪਹਿਲਾਂ ਹੀ ਆਪਣੇ ਕਾਬਿਲ ਜੋ ਵੀ ਗੁਰਦੇ ਦੇ ਡਾਕਟਰ, ਜਿਹਨੂੰ ਯੂਰੋਲੋਜਿਸਟ ਕਹਿੰਦੇ ਆ ਨਾ, ਜੋ ਸੁਪਰ ਜਿੱਦਾਂ ਅਸੀਂ ਹੈਗੇ ਆ, ਕੋਈ ਵੀ ਡਾਕਟਰ ਹੋਏ, ਯੂਰੋਲੋਜਿਸਟ ਹੋਣ, ਐਮਸੀਐਚ ਯੂਰੋਲੋਜਿਸਟ ਹੋਣ, ਉਹਨਾਂ ਦੇ ਕੋਲ ਪਲੀਜ਼ ਜਾਓ, ਤਾਂ ਕਿ ਆਪਣੀ ਖਤਰਨਾਕ ਕੰਡੀਸ਼ਨ ਆਉਣ ਤੋਂ ਪਹਿਲਾਂ ਹੀ ਆਪਣੇ ਗੁਰਦੇ ਨੂੰ ਬਚਾਓ। ਜੀ ਡਾਕਟਰ ਸਾਹਿਬ, ਹੁਣ ਇੱਕ ਹੋਰ ਗੱਲ ਕਰ ਲਈਏ, ਲੋਕਾਂ ਦੀ ਗੱਲ। ਹਾਂਜੀ, ਜਿਹੜਾ ਇਹ ਆਪਰੇਟ ਆ, ਕਿਸੇ ਨੂੰ ਲੋੜ ਪੈ ਜਾਂਦੀ ਆ, ਹਾਂਜੀ, ਅੱਬਲ ਤੇ ਰੱਬ ਕਰੇਗੀ ਕਿਸੇ ਨੂੰ ਲੋੜ ਨਾ ਪਵੇ, ਸਾਰੇ ਤੰਦਰੁਸਤ ਰਹਿਣ, ਚੁਸਤ ਦਰੁਸਤ ਰਹਿਣ, ਪਰ ਜੇਕਰ ਲੋੜ ਪੈਂਦੀ ਹੈ, ਬਿਲਕੁਲ ਆਪਰੇਟ ਕਰਵਾਉਣਾ ਹੈ, ਬਿਲਕੁਲ ਉਹ ਆਪਰੇਟ ਕਰਵਾ ਕੇ ਆਪਣੇ ਕੰਮਾਂ ਕਾਰਾਂ ਤੇ ਜਾਣਾ, ਇੱਕ ਤਾਂ ਹਸਪੀਟਲ ਦੇ ਵੀ ਵਿੱਚ ਖਰਚੇ ਵੀ ਹੋਣੇ ਆ, ਇਹ ਵੀ ਸਾਨੂੰ ਦੱਸ ਦਿਓ ਕਿ ਆਪਰੇਟ ਮਹਿੰਗਾ ਕਿੰਨਾ ਗਿਆ, ਤੇ ਉਹ ਕੰਮ ਤੇ ਕਦੋਂ ਤੱਕ ਲੱਗ ਸਕਦਾ? ਤੁਹਾਡੇ ਦੋ ਸਵਾਲ ਇੱਥੇ ਹੈਗੇ ਕਿ ਕੰਮਕਾਜ ਵੀ ਕਿੰਨੀ ਛੇਤੀ ਕਰਨਾ ਹੈ, ਤੇ ਦੂਜਾ ਗੱਲ ਹੈ ਕਿ ਪੈਸੇ ਉਹਦੇ ਕਿਤੇ ਖਰਚ ਹੋਣੇ ਆ, ਤੇ ਦੋਨੋਂ ਹੀ ਬਹੁਤ ਸੌਖੇ ਰਸਤੇ ਨੂੰ ਦੱਸਦਾ ਕਿੱਦਾਂ। ਪਹਿਲੀ ਗੱਲ ਤਾਂ ਇਹ ਅੱਜ ਦੀ ਡੇਟ 'ਚ ਪੱਥਰੀ ਦੇ ਆਪਰੇਸ਼ਨ 'ਚ ਚੀਰਾ ਲੱਗਦਾ ਹੀ ਨਹੀਂ ਹੈ, ਨਾ ਕੋਈ ਟਾਂਕਾ ਲੱਗਦਾ, ਬਲਕਿ ਅਸੀਂ ਤਾਂ ਖੂਨ ਵੀ ਅਰੇਂਜ ਨਹੀਂ ਕਰਾਉਂਦੇ, ਸਾਨੂੰ ਖੂਨ ਦੀ ਚੜਾਉਣ ਦੀ ਲੋੜ ਨਹੀਂ ਹੁੰਦੀ ਕੋਈ ਵੀ। ਅੱਛਾ, ਲਗਭਗ ਹਰ ਇੱਕ ਮਰੀਜ਼ ਨੂੰ 99.99। ਅੱਛਾ, इतनी बड़ी परसेंटेज बोल रहा हूँ। ਸਾਰੇ ਆਪਰੇਸ਼ਨ, ਮੋਸਟਲੀ ਆਪਰੇਸ਼ਨ ਇਹ ਪਿਸ਼ਾਬ ਦੇ ਰਸਤੇ, ਜਦੋਂ ਰੱਬ ਨੇ ਸਾਨੂੰ ਰਸਤਾ ਦਿੱਤਾ ਇਹਦੇ ਰਸਤੇ ਹੋ ਜਾਣੇ ਆ। ਜਦੋਂ ਅਸੀਂ ਕੋਈ ਚੀਰਾ ਮਾਰਨਾ ਹੀ ਨਹੀਂ, ਨਾ ਕੋਈ ਟਾਂਕਾ, ਨਾ ਚੀਰਾ, ਨਾ ਕੋਈ ਬੇਹੋਸ਼ੀ, ਨਾ ਕੋਈ ਦਰਦ, ਨਾ ਕੋਈ ਖੂਨ, ਅੱਛਾ ਪਿਸ਼ਾਬ ਦੇ ਰਸਤੇ ਹੋ ਜਾਣੇ। ਜੇ ਬਹੁਤ ਵੱਡੇ ਪੱਥਰ ਹੁੰਦੇ ਆ ਅਸੀਂ ਉੱਪਰੋਂ ਨਿਕਾਲ ਦਿੰਦੇ ਆ ਜੀ, ਜਿਹਨੂੰ ਅਸੀਂ ਪੀਸੀਐਲ ਕਹਿੰਦੇ ਆ, ਉਹ ਵੀ ਸੂਈ ਦੇ ਛੇਦ ਦੀ ਤਨੀਆਂ ਛੇਦ ਕਰਦੇ ਆ, ਲੇਜ਼ਰ ਦੀ ਟੈਕਨੀਕ ਨਾਲ ਸਾਰਾ ਸਟੋਨ ਨਿਕਾਲ ਦਿੰਦੇ ਆ। ਤੇ ਕਹਿਣ ਦਾ ਮਤਲਬ ਜੇ ਅੱਜ ਅਸੀਂ ਆਪਰੇਸ਼ਨ ਕੀਤਾ ਤੁਸੀਂ ਕੱਲ ਕੰਮ ਤੇ ਜਾਓ। ਅੱਛਾ, ਯੈਸ, ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ, ਕੋਈ ਚੱਕਰ ਚੁੱਕਰ ਕੋਈ ਨਹੀਂ, ਕੋਈ ਚੱਕਰ ਨਹੀਂ ਹੈ। ਠੀਕ ਹੈ, ਇੱਕ ਇਨਫੈਕਸ਼ਨ ਤੇ ਸਾਨੂੰ ਬਚਣਾ ਹੁੰਦਾ ਹੈ ਕਿ ਪ੍ਰੋਸੀਜਰਲ ਇਨਫੈਕਸ਼ਨ ਨਾ ਹੋਏ, ਉਹ ਅਸੀਂ ਐਂਟੀਬਾਇਓਟਿਕ ਨਾਲ ਧਿਆਨ ਰੱਖਦੇ ਹਾਂ ਜੀ। ਆਪਰੇਸ਼ਨ ਦੇ ਬਾਅਦ, ਇਸ ਪ੍ਰੋਸੀਜਰ ਦੇ ਬਾਅਦ 5-6 ਦਿਨ ਉਹਨੂੰ ਐਂਟੀਬਾਇਓਟਿਕ ਲੈਣੀ ਪੈਂਦੀ ਹੈ। ਬਾਕੀ ਆਪਣਾ ਕੰਮਕਾਜ ਕਰੇ, ਅਸੀਂ ਬਿਲਕੁਲ ਨਹੀਂ ਕਹਿੰਦੇ ਰੈਸਟ ਕਰਨਾ, ਨਹੀਂ ਕਰਨਾ ਰੈਸਟ, ਕੰਮ ਕਰੇ। ਤਾਂ ਪਹਿਲੇ ਗੱਲ ਤੇ ਹੋ ਗਿਆ ਕਿ ਕੰਮ ਕਰ ਸਕਦਾ, ਡਰਨ ਦੀ ਕੋਈ ਗੱਲ ਨਹੀਂ ਹੈ। ਦੂਜੀ ਗੱਲ ਖਰਚੇ ਵਾਲੀ ਗੱਲ, ਸਾਡੇ ਕੋਲ ਅੱਜ ਕੱਲ੍ਹ ਤਾਂ ਜੀ ਆਯੁਸ਼ਮਾਨ ਸਕੀਮ ਆਈ ਹੋਈ ਹੈ ਜੀ। ਮੈਂ ਦੁਨੀਆ ਦਾ ਅੱਜ ਕੱਲ੍ਹ ਆਯੁਸ਼ਮਾਨ ਬਣੇ ਹੋਏ ਆ ਸਾਰਾ, ਦੇਖੋ ਜਿਨ੍ਹਾਂ ਦੇ ਕਾਰਡ ਹੈਗੇ, ਜਿਹਨੂੰ ਜਨਤਾ ਨੂੰ ਪ੍ਰੋਬਲਮ ਹੈਗੀ ਹੈ, ਤੇ ਸਾਡਾ ਆਯੁਸ਼ਮਾਨ ਅਸੀਂ ਇੰਪੈਨਲਡ ਆ, ਜੋ ਵੀ ਕੰਮ ਅਸੀਂ ਕਰਦੇ ਹਾਂ ਕੋਈ ਮਰੀਜ਼ ਦਾ ਖਰਚਾ ਨਹੀਂ ਜੀ। ਉਹਨਾਂ ਸਭ ਦੀ ਅੱਜ ਕੱਲ੍ਹ ਇੰਸ਼ੋਰੈਂਸ ਆਯੁਸ਼ਮਾਨ ਦੇ ਤਹਿਤ ਹੋ ਰੱਖੀ ਹੈ। ਜੋ ਅਸੀਂ ਆਪਰੇਟ ਕਰਦੇ ਹਾਂ, ਅਸੀਂ ਉਹਨੂੰ ਬੁੱਕ ਕਰਦੇ ਹਾਂ, ਸਰਕਾਰ ਤੋਂ ਸਾਨੂੰ ਪੈਸਾ ਟਾਈਮ ਟੂ ਟਾਈਮ ਮਿਲ ਜਾਂਦਾ ਹੈ ਜੀ। ਫਿਰ ਪੈਸੇ ਦੀ ਕੋਈ ਚੱਕਰ ਨਹੀਂ, ਗੱਲ ਨਹੀਂ ਹੈ। ਹਾਂ, ਤਾਂ ਕਹਿਣ ਦਾ ਮਤਲਬ ਕਿ ਹੁਣ ਜੇਕਰ ਸਾਰਾ ਕੰਮ ਹੋ ਰਿਹਾ, ਤੁਹਾਡਾ ਕੰਮ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ, ਤੁਹਾਡੇ ਜੇਕਰ ਆਯੁਸ਼ਮਾਨ ਕਾਰਡ ਬਣਿਆ ਹੋਇਆ ਤੁਹਾਡਾ, ਉਹਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਹੋਣੀ, ਤਾਂ ਫਿਰ ਆਪਣੀ ਜ਼ਿੰਦਗੀ ਦੇ ਨਾਲ ਰਿਸਕ ਕਿਉਂ ਲੈਣਾ? ਥੋੜੀ ਜਿਹੀ ਪਿੱਤੇ ਦੀ ਵੀ ਗੱਲ ਕਰ ਲਈਏ। ਬਿਲਕੁਲ ਜੀ, ਕਰ ਲਓ। ਕਿਉਂਕਿ ਇਹ ਬੜੀਆਂ ਸਿਆਪਾ ਆ ਕਿ ਕਦੇ ਗੁਰਦੇ 'ਚ ਪੱਥਰੀ ਆ ਗਈ, ਕਦੇ ਪਿੱਤੇ 'ਚ ਆ ਗਈ। ਬਹੁਤੇ ਲੋਕ ਇੱਥੇ ਵੀ ਝਾੜ ਫੂਕ ਕਰਵਾਉਂਦੇ ਆ, ਪਤਾ ਨਹੀਂ ਕਿਉਂ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਪਿੱਤੇ ਦੀ ਪੱਥਰੀ ਜਿਹੜੀ ਹੈ ਉਹ ਆਮ ਤੌਰ ਤੇ ਲੋਕ ਆਪਣੀ ਭਾਸ਼ਾ ਦੇ ਵਿੱਚ ਇਹ ਵੀ ਕਹਿੰਦੇ ਆ, ਪਤਾ ਹੈਗਾ ਉਹਨਾਂ ਨੂੰ ਵੀ, ਕਿ ਜੇਕਰ ਬਹੁਤੀ ਦੇਰ ਪਈ ਰਵੇ ਤਾਂ ਖਤਰਨਾਕ ਬਿਮਾਰੀ ਬਣ ਜਾਂਦੀ। ਬਿਲਕੁਲ, ਬਲਕਿ ਇਹ ਜ਼ਿਆਦਾ ਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਚਲੋ ਗੁਰਦੇ ਦੀ ਪੱਥਰੀ ਛੋਟੀ ਹੋ ਗਈ ਜਾਂ ਗੁਰਦੇ ਦੇ ਅੰਦਰ ਪਈ ਹੈ, ਨਹੀਂ ਰਸਤਾ ਰੋਕ ਰਹੀ, ਅਸੀਂ ਉਮੀਦ ਕਰ ਸਕਦੇ ਹਾਂ ਵੀ ਦਵਾਈਆਂ ਲਵਾਂਗੇ ਉਸੇ ਨਿਕਲ ਜੂਗੀ, ਚਲੋ ਵੀ ਗੁਰਦਾ ਫੁੱਲਿਆ ਨਹੀਂ, ਇਸੇ ਆਰਾਮ ਆ ਜਾਊਗਾ, ਸਾਡੇ ਕੋਲ ਦਵਾਈਆਂ ਹੈਗੀਆਂ। ਪਰ ਜੇਕਰ ਪਿੱਤੇ ਦੀ ਪੱਥਰੀਆਂ ਕਰਕੇ ਪਿੱਤਾ ਚਿਪਕਣਾ ਸ਼ੁਰੂ ਹੋ ਜਾਏ ਤੇ ਪਸ ਆ ਜਾਏ, ਤਾਂ ਫਿਰ ਅਸੀਂ ਵੇਟ ਕਰਦੇ ਹਾਂ ਤੇ ਅਸੀਂ ਬਹੁਤ ਤਕੜੀ ਕੰਪਲਿਕੇਸ਼ਨ ਜਾ ਸਕਦੇ ਹਾਂ। ਉਹ ਜ਼ਿਆਦਾ ਕੰਪਲਿਕੇਸ਼ਨ ਜਾ ਸਕਦੇ ਹਾਂ। ਜੇ ਮੰਨ ਲਓ ਪਿੱਤੇ 'ਚ ਪੱਥਰੀ, ਲੋਕੀ ਕਹਿੰਦੇ ਜੀ ਸਾਡੀ ਰੱਬ ਕਰੇ ਸਰਕ ਜੇ, ਮੈਂ ਕਹਿੰਦਾ ਜੇ ਪਿੱਤੇ 'ਚ ਪੱਥਰੀ ਸਰਕਣੀ ਸ਼ੁਰੂ ਹੋ ਗਈ, ਉਹਨੂੰ ਕਹਿੰਦੇ ਸਿਸਟਿਕ ਡਕਟ, ਹਾਰਟਮੈਨ ਪਾਊਚ ਤੇ ਸਿਸਟਿਕ ਡਕਟ ਤੇ ਆ ਗਈ, ਤੇ ਜੇ ਫਿਰ ਉਹਦੇ ਸੀਬੀਡੀ 'ਚ ਆ ਗਈ ਤਾਂ ਫਿਰ ਪੀਲੀਆ ਹੋ ਜਾਂਦਾ ਜੀ, ਸਾਰਾ ਸਰੀਰ ਪੀਲਾ ਪੈ ਜਾਂਦਾ ਹੈ। 20-20, 22-22, 25-25 ਬਿਲੀਰੂਬਿਨ ਚੱਲ ਜਾਂਦਾ ਲੋਕਿਆਂ ਦਾ। ਤੇ ਨਾਲ ਪੱਥਰੀ ਜੇ ਹੋਰ ਥੱਲੇ ਸਰਕ ਗਈ ਤੇ ਪੈਨਕ੍ਰੀਆਸ ਗਲੈਂਡ ਹੁੰਦੀ, ਉਹਨੂੰ ਗਲਾ ਦਿੰਦਾ, ਇਹਨੂੰ ਪੈਨਕ੍ਰੀਟਾਈਟਿਸ ਕਹਿੰਦੇ ਆ ਜੀ। ਖਾਣਾ ਪੀਣਾ ਵੀ ਬੰਦ, ਉਲਟਿਆਂ ਵੀ ਵਾਂਗੂ। ਜੇ ਹੋਰ ਥੱਲੇ ਫਸ ਗਈ ਤੇ ਆਂਤੜੀ 'ਚ ਵੀ ਪੱਥਰੀਆਂ ਲੋਕਾਂ ਦੀ ਫਸ ਜਾਂਦੀਆਂ। ਤਾਂ ਫਿਰ ਪਿੱਤੇ ਦੀ ਪੱਥਰੀਆਂ ਜਦੋਂ ਹੋ ਜਾਏ, ਜੇ ਮੰਨ ਲਓ ਛੋਟੀ ਪੱਥਰੀ ਹੈ, ਪੇਸ਼ੈਂਟ ਨੂੰ ਕੋਈ ਦਿੱਕਤ ਨਹੀਂ, ਕੋਈ ਤੇਜ਼ਾਬ ਨਹੀਂ, ਕੁਛ ਨਹੀਂ, ਫਿਰ ਤਾਂ ਠੀਕ ਹੈ, ਵਧੀਆ ਗੱਲ ਹੈ, ਕੋਈ ਗੱਲ ਨਹੀਂ, ਤੁਸੀਂ ਲੈ ਸਕਦੇ ਹੋ। ਪਰ ਜੇ ਪਿੱਤੇ ਦੀ ਪੱਥਰੀਆਂ ਹੈਗੀਆਂ, ਤੁਹਾਡੇ ਕੋਲ ਸਿੰਪਟਮ ਹੈਗੇ ਆ ਕਿ ਤੁਹਾਨੂੰ ਭਾਰਾ ਲੱਗਦਾ, ਗੈਸ ਬਣਦੀ ਆ, ਕਈ ਲੋਕਾਂ ਨੂੰ ਉਲਟੀਆਂ ਵੀ ਆਉਂਦੀਆਂ, ਇਹਦਾ ਮਤਲਬ ਹੈਗਾ ਆ ਪਲੀਜ਼ ਇਹਦੇ ਵਿੱਚ ਤੁਸੀਂ ਫਿਰ, ਇਹ ਐਮਰਜੈਂਸੀ ਹੋ ਜਾਂਦੀ ਹੈ ਜੀ, ਕਈ ਵਾਰ ਐਕਿਊਟ ਕੋਲੀਸਿਸਟਾਈਟਿਸ ਉਹਨੂੰ ਕਹਿੰਦੇ ਆ ਜੀ। ਤੇ 48 ਆਵਰ ਦੇ ਅੰਦਰ ਉਹ ਜਾਂ ਤਾਂ ਆਪਰੇਟ ਹੋਣੀ ਚਾਹੀਦੀ ਹੈ,
ਜੇ ਨਹੀਂ ਉਸ ਨੂੰ ਆਪਰੇਟ ਕਰਦੇ ਆ ਤਾਂ ਫਿਰ 6-6 ਹਫ਼ਤੇ ਦਾ ਸਾਈਕਲ ਹੁੰਦਾ, ਦਵਾਈਆਂ ਨਾਲ ਉਹਨੂੰ ਸੈੱਟ ਕਰਨਾ ਪੈਂਦਾ, ਫਿਰ ਆਪਰੇਸ਼ਨ ਹੁੰਦਾ ਆ। ਅੱਛਾ। ਬਲਕਿ ਪਿੱਤੇ ਦੀ ਪੱਥਰੀ ਨੂੰ ਮੈਂ ਕਹਿੰਦਾ ਜ਼ਿਆਦਾ ਸੀਰੀਅਸਲੀ ਲੈਣਾ ਚਾਹੀਦਾ, ਸ਼ਾਇਦ ਇਸ ਕਰਕੇ ਕਿਉਂਕਿ ਉਹਦਾ ਗੁਰਦੇ ਦੀ ਸੈੱਲ ਉਮੀਦ ਕਰ ਸਕਦੇ ਘੁਲ ਕੇ ਨਿਕਲ ਜਾਏ, ਪਰ ਜੇ ਇਹਨੇ ਘੁਲ ਕੇ ਨਿਕਲਣਾ ਸ਼ੁਰੂ ਕਰਤਾ ਜੋ ਅੱਗੇ ਕੰਪਲਿਕੇਸ਼ਨਸ ਕਰਨੀਆਂ ਉਹ ਫਿਰ ਸਹਿ ਨਹੀਂ ਹੋਣੀ, ਉਹਦੇ ਲਈ ਫਿਰ ਬੜੇ ਲੰਬੇ ਪ੍ਰੋਸੀਜਰ ਵਾਸਤੇ ਜਾਣਾ ਪੈਂਦਾ ਆ ਜੀ। ਸੋ ਇਹ ਇੱਕ ਬਹੁਤ ਡਾਕਟਰ ਸਾਹਿਬ ਨੇ ਇੱਕ ਵੱਡੀ ਗੱਲ ਤੇ ਸਿਆਣੀ ਗੱਲ ਆਖੀ ਹੈ ਕਿ ਇਸ ਪੱਥਰੀ ਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਚਾਹੀਦਾ, ਬਿਲਕੁਲ ਜਲਦ ਤੋਂ ਜਲਦ ਇਹਦਾ ਇਲਾਜ ਹੋਣਾ ਚਾਹੀਦਾ। ਡਾਕਟਰ ਸਾਹਿਬ ਇੱਕ ਹੋਰ ਬੜੀ ਧਾਰਨਾ ਬਣੀ ਹੋਈ ਆ, ਉਹ ਕਹਿੰਦੇ ਪੱਥਰੀ ਦਵਾਈ ਖਾਂਦੇ ਆ, पत्थरी अंदर टूट जाती है, इदा हैगा कोई? देखो ऐसा है, अगर हम बात करें कुछ हद तक सही, अगर हम गुर्दे की पत्थरी के बारे में बात जी 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 गुर्दे की पत्थरी है मोस्टली जी, अगर पत्थर यूरिक एसिड कंपोनेंट के बने हुए हैं, अब इसका मतलब वो स्टोन सॉफ्ट है तो साडे कोल मेडिकेशन हैगी जी, ਅਸੀਂ ਵੀ ਕਹਿੰਦੇ ਕਿ ਘੋਲ ਸਕਦੇ ਆ ਜੀ ਜੀ ਜੀ। ਜੇ ਅਸੀਂ ਕਹੀਏ ਕਿ ਕੋਈ ਦਵਾਈ ਖਾ ਕੇ ਪੱਥਰ 3 ਸੈਂਟੀਮੀਟਰ ਦੀ ਹੈ ਤੇ ਕੱਲ ਉਹ 1.5 ਦੀ 2 ਹੋਗੀ, ਜੇ ਉਹ ਲੋਕ ਕਹਿੰਦੇ ਆ ਸੌਰੀ ਇਹ ਪੋਸੀਬਲ ਨਹੀਂ ਹੈ। ਹਾਂ ਯੂਰਿਕ ਐਸਿਡ ਸਟੋਨ ਹੈਗਾ ਆ, ਸੌਫਟ ਸਟੋਨ ਹੈਗੇ ਆ, ਉਹ ਦਵਾਈ ਦੇ ਨਾਲ ਘੁਲ ਕੇ ਛੋਟੇ ਹੋ ਸਕਦੇ ਆ, ਪਰ ਉਹ ਯੂਰਿਕ ਐਸਿਡ ਸਟੋਨ ਗੁਰਦੇ ਦੇ ਕੱਲੇ 10% ਹੁੰਦੇ ਆ ਜੀ। ਅੱਛਾ, ਕੱਲੇ 10% ਹੁੰਦੇ ਆ ਤੇ 90% ਕੈਲਸ਼ੀਅਮ ਦੇ ਹੁੰਦੇ, ਕੈਲਸ਼ੀਅਮ ਆਕਸੀਲੇਟ ਹੁੰਦੇ ਆ ਜੀ, ਕੈਲਸ਼ੀਅਮ ਆਕਸੀਲੇਟ ਟ੍ਰਾਈਹਾਈਡਰੇਟ ਹੁੰਦੇ ਆ ਜੀ, ਮੈਗਨੀਸ਼ੀਅਮ ਮੋਨੋਫਾਸਫੇਟ ਹੁੰਦੇ ਆ, ਬੜੇ ਸਖਤ ਤਰ੍ਹਾਂ ਦੇ ਸਟੋਨ ਹੈ, ਉਹ ਕਿੱਦਾਂ ਘੁਲ ਜੂਗੇ। ਹਾਂ ਛੋਟੇ ਸਟੋਨ ਹੈ 5 mm 6 mm 7 mm ਗੁਰਦੇ 'ਚ ਪਏ ਆ, ਨਲਕੀ 'ਚ 3-4 mm ਦਾ ਪਿਆ, ਉਹ ਦਵਾਈ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜਾ ਨਿਕਲ ਜਾਏ, ਬਾਹਰ ਆ ਜਾਏ, ਪਰ ਜੇ ਇੱਥੇ ਵੱਡੇ ਸਟੋਨ ਆ ਤੇ ਮੋਸਟਲੀ ਸਟੋਨ ਇਹ ਵਾਲੇ ਆ, ਸਾਨੂੰ ਰਿਸਕ ਨਹੀਂ ਲੈਣਾ ਚਾਹੀਦਾ ਹੈ। ਬਿਲਕੁਲ ਜੀ। ਗੱਲ ਭਾਵੇਂ ਨਿੱਕੀ ਜੀ ਹੈ, ਪੱਥਰੀ ਜਿਹਨੂੰ ਕਿ ਰੋਗ ਆਮ ਤੌਰ ਤੇ ਲੋਕ ਸਮਝਦੇ ਨਹੀਂ, ਪਰ ਜੇਕਰ ਇਸ ਨੂੰ ਨਾ ਸਮਝਿਆ, ਸਮੇਂ ਸਿਰ ਨਾ ਕੰਟਰੋਲ ਕੀਤਾ ਤੇ ਬਹੁਤ ਵੱਡਾ ਇਹ ਰੋਗ ਬਣ ਸਕਦਾ ਹੈ, ਬਹੁਤ ਵੱਡਾ ਦੁੱਖ ਤੁਹਾਨੂੰ ਦੇ ਸਕਦਾ ਹੈ। ਔਰ ਪ੍ਰਮਾਤਮਾ ਨਾ ਕਰੇ ਕਿ ਉਹ ਘੜੀ ਆਵੇ। ਜੇਕਰ ਕਿਤੇ ਵੀ ਕੋਈ ਮਾੜਾ ਮੋਟਾ ਕੋਈ ਤਕਲੀਫ ਹੁੰਦੀ ਹੈ ਤੇ ਡਾਕਟਰ ਦਿਗਵਿਜੇ ਜੀ ਹੈਗੇ ਆ, ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ। ਨਵੇਂ ਸ਼ਹਿਰ ਦੇ ਵਿੱਚ ਇਹਨਾਂ ਦਾ ਹਸਪੀਟਲ ਆ, ਉਹ ਬੜਾ ਵਧੀਆ ਕੰਮ ਕਰ ਰਹੇ ਨੇ, ਔਰ ਏਵਨ ਹਸਪੀਟਲ ਦੇ ਵਿੱਚ ਤੁਸੀਂ ਜਾ ਕੇ ਇਹ ਕੰਮ ਆਪਣਾ ਕਰਵਾ ਸਕਦੇ ਹੋ, ਪੱਥਰੀ ਦਾ ਆਪਰੇਟ ਵੀ ਕਰਵਾ ਸਕਦੇ ਹੋ। ਡਾਕਟਰ ਸਾਹਿਬ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਬਹੁਤ ਵਧੀਆ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਔਰ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ। ਅਸੀਂ ਆਸ ਕਰਦੇ ਹਾਂ ਕਿ ਹੁਣ ਤੁਹਾਡੇ ਪੱਥਰੀਆਂ ਦੀ ਜਿਹੜੀ ਦਰਦ ਆ ਉਹ ਤੁਹਾਨੂੰ ਤੰਗ ਨਹੀਂ ਕਰੂਗੀ, ਪਰੇਸ਼ਾਨ ਨਹੀਂ ਕਰੂਗੀ। ਜੇਕਰ ਕਿਤੇ ਹੁੰਦੀ ਹੈ ਤੇ ਤੁਸੀਂ ਇਹ ਵੀ ਗੱਲ ਸੋਚ ਲਿਓ ਕਿ ਬੀਅਰ ਨਹੀਂ ਪੀਣੀ, ਕੋਈ ਸੋਡਾ ਨਹੀਂ ਪੀਣਾ, ਪਾਣੀ ਪੀਣਾ ਦਬਲ ਕੇ, ਨਿੰਬੂ ਪਾਣੀ ਪੀ ਲਓ, ਨਾਰੀਅਲ ਪਾਣੀ ਪੀ ਲਓ, ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ